ਪੰਜਾਬ ਦੇ ਕਾਂਸਟੇਬਲ, ਸਬ ਇੰਸਪੈਕਟਰ, ਨਾਇਬ ਤਹਿਸੀਲਦਾਰ, ਪਟਵਾਰੀ ਅਤੇ ਹੋਰ ਵੇਰੀਅਸ ਐਗਜ਼ਾਮਸ ਦੀ ਕੰਪਲੀਟ ਅਤੇ ਵਧੀਆ ਤਿਆਰੀ ਲਈ ਅੱਜ ਹੀ CBL ਨੂੰ ਸੰਪਰਕ ਕਰੋ ਤੇ ਇਹਨਾਂ ਕੋਰਸਿਸ ਦੇ ਫ੍ਰੀ ਡੈਮੋ ਲਈ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ। ਹੈਲੋ एवरीवन, ਵੈਲਕਮ ਬੈਕ ਟੂ ਚੇਤਨ ਭਾਰਤ ਲਰਨਿੰਗ। ਮਾਡਰਨ ਇੰਡੀਅਨ ਹਿਸਟਰੀ ਦੀ ਲੈਕਚਰ ਸੀਰੀਜ਼ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ 1935 ਤੋਂ 1935 ਤੋਂ ਬਾਅਦ ਦੀ ਜੋ ਵੀ ਘਟਨਾਵਾਂ ਹੋਣਗੀਆਂ। ਲਾਸਟ ਲੈਕਚਰ 'ਚ ਆਪਾਂ ਡਿਸਕਸ ਕੀਤਾ ਸੀ ਸਿਵਲ ਡਿਸਓਬੀਡੀਐਂਸ ਮੂਵਮੈਂਟ। ਆਪਾਂ ਦੇਖਿਆ ਸੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਤੋਂ ਬਾਅਦ ਵਿੱਚ ਹੀ ਆਪਾਂ ਗੱਲ ਕੀਤੀ ਸੀ ਰਾਉਂਡ ਟੇਬਲ ਕਾਨਫਰੰਸ ਦੀ। ਰਾਉਂਡ ਟੇਬਲ ਕਾਨਫਰੰਸ ਦੇ ਵਿੱਚੋਂ ਹੀ BR ਅੰਬੇਦਕਰ ਸਾਹਿਬ ਕੀ ਲੈ ਕੇ ਆਣਗੇ, ਕਮਿਊਨਲ ਅਵਾਰਡਸ ਲੈ ਕੇ ਆਣਗੇ। ਉਹ ਕਮਿਊਨਲ ਅਵਾਰਡ ਜਿਹੜੇ ਹੋਣਗੇ, ਜੇ ਆਪਾਂ ਗੱਲ ਕਰੀਏ ਕਿ ਉਹ ਕਮਿਊਨਲ ਅਵਾਰਡਸ ਦੇ ਅਗੇਂਸਟ ਹੀ ਗਾਂਧੀ ਜੀ ਜਿਹੜੇ ਨੇ ਫਾਸਟ ਤੇ ਬੈਠ ਜਾਣਗੇ ਜੇਲ੍ਹਵਾੜਾ ਜੇਲ੍ਹ ਦੇ ਵਿੱਚ। ਤੇ ਉਸ ਚੀਜ਼ ਨੂੰ ਗਾਂਧੀ ਜੀ ਨੂੰ ਮਨਾਉਣ ਦੇ ਲਈ BR ਅੰਬੇਦਕਰ ਤੇ ਮਦਨ ਮੋਹਨ ਮਾਲਵੀਆ ਕੀ ਕਰਨਗੇ, ਇੱਕ ਸਾਈਨ ਕਰਨਗੇ ਪੈਕਟ, ਜਿਹਨੂੰ ਆਪਾਂ ਕਿਹਾ ਸੀ ਪੂਨਾ ਪੈਕਟ। ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਦੀ, ਥੋੜਾ ਜਿਹਾ ਪਿਛਲਾ ਰਿਵਾਈਜ਼ ਕਰ ਲੈਣੇ ਆਪਾਂ ਗੱਲ ਕੀਤੀ ਸੀ ਸਾਈਮਨ ਕਮਿਸ਼ਨ ਦੀ। ਸਾਈਮਨ ਕਮਿਸ਼ਨ ਤੋਂ ਬਾਅਦ ਆਪਾਂ ਦੇਖਿਆ ਸੀ ਨਹਿਰੂ ਰਿਪੋਰਟ। ਨਹਿਰੂ ਰਿਪੋਰਟ ਤੋਂ ਹੀ ਆਪਾਂ ਦੇਖਿਆ ਸੀ ਕਿ ਅੱਗੇ ਜਾ ਕੇ ਸਾਈਮਨ ਕਮਿਸ਼ਨ ਦੀ ਰਿਪੋਰਟ ਆਏਗੀ 1930 ਦੇ ਵਿੱਚ। ਸਾਈਮਨ ਕਮਿਸ਼ਨ ਦੀ ਜੇ ਅਪਾਇੰਟਮੈਂਟ ਦੀ ਗੱਲ ਕਰੀਏ 1927 ਚ ਸਾਈਮਨ ਕਮਿਸ਼ਨ ਆਇਆ। 1928 ਦੇ ਵਿੱਚ ਅਸੀਂ ਨਹਿਰੂ ਰਿਪੋਰਟ ਦਿੱਤੀ ਤੇ 1930 ਦੇ ਵਿੱਚ ਸਾਈਮਨ ਨੇ ਆਪਣੀ ਰਿਪੋਰਟ ਦਿੱਤੀ ਤੇ ਇਹ ਰਿਪੋਰਟ ਦੇ ਆਧਾਰ ਤੇ ਹੀ ਅੱਗੇ ਰਾਉਂਡ ਟੇਬਲ ਕਾਨਫਰੰਸ ਹੋਣੀ ਸੀ ਤੇ ਰਾਉਂਡ ਟੇਬਲ ਕਾਨਫਰੰਸ ਦੇ ਆਧਾਰ ਤੇ ਹੀ ਇੰਡੀਅਨਸ ਨੂੰ ਕੀ ਪਾਵਰ ਮਿਲੀਆਂ 1935 ਦੇ ਐਕਟ 'ਚ ਦੱਸਿਆ ਜਾਏਗਾ। ਹੁਣ 1935 ਦਾ ਐਕਟ ਦੀ ਜੇ ਗੱਲ ਕਰਾਂਗੇ, ਉਹ ਆਪਾਂ ਸਾਰੇ ਐਕਟ ਅਲੱਗ ਤੋਂ ਕਰਨੇ ਆ, ਪਰ 1935 ਦੇ ਐਕਟ 'ਚ ਇੱਕ ਚੀਜ਼ ਦਿੱਤੀ ਜਾਏਗੀ, ਉਹ ਇੰਡੀਅਨਸ ਨੂੰ ਥੋੜੀ ਜਿਹੀ ਵੱਧ ਪਾਵਰ ਦਿੱਤੀ ਜਾਏਗੀ। ਕਿਸ ਚੀਜ਼ ਦੀ ਪਾਵਰ ਦਿੱਤੀ ਜਾਏਗੀ ਤਾਂ ਆਪਾਂ ਜੇ ਗੱਲ ਕਰੀਏ 1935 ਦੇ ਐਕਟ ਦੀ, ਜਿਹੜਾ ਤੁਹਾਡਾ ਆਏਗਾ ਗਵਰਨਮੈਂਟ ਆਫ ਇੰਡੀਆ ਐਕਟ 1935, ਜਿਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪ੍ਰੋਵੀਜ਼ਨ ਹੋਏਗੀ ਕਿ ਬਣਾਇਆ ਜਾਏਗਾ ਆਲ ਇੰਡੀਆ ਫੈਡਰੇਸ਼ਨ ਬਣਾਈ ਜਾਏਗੀ ਤੇ ਪ੍ਰੋਵਿੰਸ਼ੀਅਲ ਆਟੋਨੋਮੀ ਦਿੱਤੀ ਜਾਏਗੀ। ਹੁਣ ਪ੍ਰੋਵਿੰਸਿਸ ਦੀ ਥੋੜੀ ਜਿਹੀ ਗੱਲ ਆਪਾਂ ਫੇਰ ਤੋਂ ਕਰ ਲੈਂਦੇ ਹਾਂ। ਪ੍ਰੋਵਿੰਸਿਸ ਦੇ ਵਿੱਚ ਡਾਇਆਰਕੀ ਸਿਸਟਮ ਜਿਹੜਾ ਸੀਗਾ, ਤੁਹਾਨੂੰ ਯਾਦ ਹੋਣਾ ਡਾਇਆਰਕੀ ਸਿਸਟਮ 1919 ਦੇ ਵਿੱਚ ਸ਼ੁਰੂ ਹੋਇਆ ਸੀ ਪ੍ਰੋਵਿੰਸਿਸ ਦੇ ਵਿੱਚ, ਤੇ 1935 ਦੇ ਵਿੱਚ ਇਸ ਸਿਸਟਮ ਨੂੰ ਖਤਮ ਕਰ ਦਿੱਤਾ ਜਾਏਗਾ। 1935 ਦੇ ਵਿੱਚ ਕਿਹਾ ਜਾਏਗਾ ਕਿ ਇੰਡੀਅਨਸ ਨੂੰ ਟੋਟਲ ਆਟੋਨੋਮੀ ਦੇ ਦਿਓ, ਪ੍ਰੋਵਿੰਸਿਸ ਦੇ ਵਿੱਚ ਇੰਡੀਅਨਸ ਨੂੰ ਪਾਵਰ ਦੇ ਦਿਓ। ਤੇ ਇੰਡੀਅਨਸ ਨੂੰ ਪਾਵਰ ਦੇ ਦਿਓ, ਆਟੋਨੋਮੀ ਦੇ ਦਿਓ ਪ੍ਰੋਵਿੰਸਿਸ ਦੇ ਵਿੱਚ। ਉਹ ਕਿਵੇਂ ਹੋਏਗਾ ਤਾਂ ਕਹਿਣਗੇ ਜੀ ਇਲੈਕਸ਼ਨ ਕਰਵਾਵਾਂਗੇ, ਇਲੈਕਸ਼ਨ ਸਾਰੀਆਂ ਪਾਰਟੀਆਂ ਲੜਨ, ਜਿਹੜੀ ਪਾਰਟੀ ਜਿੱਥੇ ਸਰਕਾਰ ਬਣਾਉਣਾ ਚਾਹੇ ਉਹ ਬਣਾ ਲੇ। ਤਾਂ 1935 ਦੇ ਐਕਟ ਦੇ ਵਿੱਚ ਇੱਕ ਚੀਜ਼ ਸੀਗੀ ਕਿ ਇਲੈਕਸ਼ਨ ਹੋਣਗੇ। ਕਦੋਂ ਇਲੈਕਸ਼ਨ ਹੋਣਗੇ? 1937 ਦੇ ਵਿੱਚ ਆਪਾਂ ਦੇਖਾਂਗੇ ਜੀ ਇਲੈਕਸ਼ਨ ਹੋਣਗੇ, ਪ੍ਰੋਵਿੰਸ਼ੀਅਲ ਇਲੈਕਸ਼ਨਸ। ਠੀਕ ਹੈ ਜੀ। ਹੁਣ ਜੇ ਇਲੈਕਸ਼ਨਸ ਦੀ ਗੱਲ ਕਰਾਂਗੇ ਤਾਂ ਕਾਂਗਰਸ ਕੀ ਕਰੇਗੀ? ਕਾਂਗਰਸ ਡਿਸਾਈਡ ਕਰੇਗੀ ਕਿ ਇਹ ਇਲੈਕਸ਼ਨ ਲੜਨਗੇ। ਪਰ ਇਹ ਨਹੀਂ ਕਿ ਇਹਨਾਂ ਨੂੰ ਚਾਹੀਦਾ ਸੀ ਕਿ 1935 ਦਾ ਐਕਟ ਬਹੁਤ ਵਧੀਆ ਸੀ ਤਾਂ ਕਰਕੇ ਅਸੀਂ ਇਲੈਕਸ਼ਨ ਲੜ ਰਹੇ ਹਾਂ। ਕਾਂਗਰਸ ਦਾ ਆਪਾਂ ਕਹਿ ਸਕਦੇ ਕਿ ਏਜੰਡਾ ਸੀ ਕਿ 1935 ਦੇ ਵਿੱਚ ਤੁਸੀਂ ਸਾਨੂੰ ਕੁਝ ਨਹੀਂ ਦਿੱਤਾ, ਇਹੀ ਲੋਕਾਂ ਨੂੰ ਦੱਸਣ ਲਈ, ਲੋਕਾਂ ਨੂੰ ਹੋਰ ਅਵੇਅਰ ਕਰਨ ਲਈ ਅਸੀਂ ਇਲੈਕਸ਼ਨ ਲੜਾਂਗੇ। ਤਾਂ ਆਪਾਂ ਦੇਖਾਂਗੇ 1937 ਦੇ ਵਿੱਚ ਇਲੈਕਸ਼ਨ ਸ਼ੁਰੂ ਹੋਣਗੇ। ਤੇ ਜਦੋਂ ਇਲੈਕਸ਼ਨ ਦੀ ਗੱਲ ਕਰਾਂਗੇ ਤਾਂ ਕਾਂਗਰਸ ਜਿਹੜੀ ਇੱਕ ਬਹੁਤ ਵੱਡੀ ਪਾਰਟੀ ਹੈ, ਤਾਂ ਇੱਥੇ ਆਪਾਂ ਦੇਖਾਂਗੇ ਕਿ ਇਸ ਤੋਂ ਇਲਾਵਾ ਵੀ ਕੁਝ ਛੋਟੀਆਂ ਪਾਰਟੀਆਂ ਵੀ ਦੇਖਣ ਨੂੰ ਮਿਲਣਗੀਆਂ ਇਸ ਟਾਈਮ ਤੇ, ਜਿਵੇਂ ਕਿ ਨਾਮ ਯਾਦ ਰੱਖਿਓ ਜੀ, ਕ੍ਰਿਸ਼ਕ ਪ੍ਰਜਾ ਪਾਰਟੀ। ਕ੍ਰਿਸ਼ਕ ਪ੍ਰਜਾ ਪਾਰਟੀ ਕਿਹਨਾਂ ਨੇ ਬਣਾਈ ਸੀ? ਯਾਦ ਰੱਖਿਓ ਨਾਮ, ਫਜ਼ਲੁਲ ਹਕ ਨੇ ਬਣਾਈ ਸੀਗੀ ਕ੍ਰਿਸ਼ਕ ਪ੍ਰਜਾ ਪਾਰਟੀ। ਉਸ ਤੋਂ ਇਲਾਵਾ BR ਅੰਬੇਦਕਰ ਸਾਹਿਬ ਨੇ ਆਪਣੇ ਅਲੱਗ ਤੋਂ ਪਾਰਟੀ ਬਣਾਈ ਸੀ ਜਿਹਦਾ ਨਾਮ ਸੀਗਾ ਲੇਬਰ ਪਾਰਟੀ। ਕਲੀਅਰ? ਪੂਰਾ ਨਾਮ ਯਾਦ ਰੱਖ ਲਿਓ, ਇੰਡੀਪੈਂਡੈਂਟ ਲੇਬਰ ਪਾਰਟੀ ਕਿਹਨਾਂ ਨੇ ਬਣਾਈ ਸੀ? BR ਅੰਬੇਦਕਰ ਨੇ। ਪੰਜਾਬ ਦੇ ਪੇਪਰਾਂ 'ਚ ਐਜ਼ ਇਟ ਇਜ਼ ਹੀ ਤੁਹਾਨੂੰ ਫੈਕਟ ਆ ਜਾਣਗੇ ਕਿ ਕ੍ਰਿਸ਼ਕ ਪ੍ਰਜਾ ਪਾਰਟੀ ਕਿਹਨਾਂ ਨੇ ਬਣਾਈ ਸੀ, ਇੰਡੀਪੈਂਡੈਂਟ ਲੇਬਰ ਪਾਰਟੀ ਕਿਹਨਾਂ ਨੇ ਬਣਾਈ ਸੀ। ਇਸ ਤੋਂ ਇਲਾਵਾ ਜੇ ਆਪਾਂ ਦੇਖਾਂਗੇ ਤਾਂ ਪੰਜਾਬ ਦੇ ਵਿੱਚ ਬਣੇਗੀ ਇੱਕ ਪਾਰਟੀ ਜਿਹਨੂੰ ਆਪਾਂ ਕਹਿੰਦੇ ਆ ਯੂਨੀਅਨਿਸਟ ਪਾਰਟੀ। ਠੀਕ ਹੈ ਜੀ। ਉਹ ਬਣਾਉਣਗੇ ਸਰ ਸਿਕੰਦਰ ਹਯਾਤ ਖਾਨ। ਉਹ ਆਪਾਂ ਅੱਗੇ ਇਹਨਾਂ ਬਾਰੇ ਗੱਲ ਕਰਾਂਗੇ। ਚਲੋ ਜੀ ਅੱਗੇ ਗੱਲ ਕਰਦੇ ਹਾਂ। ਇਲੈਕਸ਼ਨ ਹੋਏ, VOTING ਹੋਈ, ਕਾਂਗਰਸ ਨੇ ਮੈਜੋਰਿਟੀ ਵਿੱਚ ਜਿੰਨੀਆਂ ਵੀ ਸੀਟ ਸੀਗੀਆਂ ਸਾਰੀਆਂ ਕਾਂਗਰਸ ਜਿੱਤ ਗਈ। ਮੈਜੋਰਿਟੀ ਦੇ ਵਿੱਚ ਜਿੰਨੀਆਂ ਵੀ ਸੀਟ ਸੀਗੀਆਂ ਕਾਂਗਰਸ ਜਿੱਤ ਗਈ। ਮੁਸਲਿਮ ਲੀਗ ਦੀ ਜੇ ਗੱਲ ਕਰਾਂਗੇ ਤਾਂ ਮੁਸਲਿਮ ਲੀਗ ਜਿਹੜੇ ਏਰੀਆ ਦੇ ਵਿੱਚ, ਜਿਹੜੀ ਸਟੇਟਸ ਦੇ ਵਿੱਚ ਮੁਸਲਿਮ ਮੈਜੋਰਿਟੀ 'ਚ ਵੀ ਸੀ, ਉਹ ਵੀ ਨਹੀਂ ਜਿੱਤ ਪਾਏ। ਮੁਸਲਿਮ ਲੀਗ ਜਿਹੜੀ ਏਰੀਆ ਦੇ ਵਿੱਚ ਮੈਜੋਰਿਟੀ ਵਿੱਚ ਮੁਸਲਿਮ ਸੀਗੇ ਉੱਥੇ ਵੀ ਨਹੀਂ ਜਿੱਤ ਪਾਏ। ਕਾਂਗਰਸ ਨੇ ਜ਼ਿਆਦਾਤਰ ਏਰੀਆ ਜਿਹੜਾ ਸੀ ਸਾਰਾ ਜਿੱਤ ਲਿਆ। ਤੇ ਜੇ ਗੱਲ ਕਰਾਂਗੇ ਪੰਜਾਬ ਦੀ ਤਾਂ ਦੇਖੋ ਜੀ, ਪੰਜਾਬ ਦੇ ਵਿੱਚ ਕਿਹੜੀ ਪਾਰਟੀ ਜਿੱਤੀ ਹੈ? ਪੰਜਾਬ ਦੇ ਵਿੱਚ ਜਿੱਤ ਰਹੀ ਹੈ ਯੂਨੀਅਨਿਸਟ ਪਾਰਟੀ। ਯਾਦ ਰੱਖਿਓ ਨਾਮ, ਯੂਨੀਅਨਿਸਟ ਪਾਰਟੀ ਜਿੱਤੇਗੀ ਅੰਡਰ ਸਿਕੰਦਰ ਹਯਾਤ ਖਾਨ। ਸਿਕੰਦਰ ਹਯਾਤ ਖਾਨ ਹੀ ਇਸ ਪਾਰਟੀ ਦੇ ਕੀ ਸੀ? ਫਾਊਂਡਰ ਵੀ ਸੀ। ਠੀਕ ਹੈ ਜੀ। ਪੰਜਾਬ ਦੇ ਵਿੱਚ ਯੂਨੀਅਨਿਸਟ ਪਾਰਟੀ ਜਿੱਤ ਰਹੀ ਹੈ ਕਿਹਦੇ ਨਾਲ ਮਿਲ ਕੇ? ਕਾਂਗਰਸ ਨਾਲ ਮਿਲ ਕੇ। ਕਿ ਆਪਣੇ ਬਣਾ ਲੈਣਗੇ ਪਾਰਟੀ, ਆਪਾਂ ਕਹਿ ਸਕਦੇ ਹਾਂ ਕਿ ਕੋਲੀਜਨ ਗਵਰਨਮੈਂਟ ਬਣਾਈ ਜਾਏਗੀ। ਠੀਕ ਹੈ ਜੀ। ਉਸ ਤੋਂ ਇਲਾਵਾ ਬੰਗਾਲ ਦੀ ਜੇ ਗੱਲ ਕਰਾਂਗੇ, ਬੰਗਾਲ ਦੇ ਵਿੱਚ ਕਾਂਗਰਸ ਨਹੀਂ ਆਏਗੀ, ਪੰਜਾਬ ਤੇ ਬੰਗਾਲ 'ਚ ਨਹੀਂ ਆਏਗੀ। ਉੱਥੇ ਦੋਨੋਂ ਜਗ੍ਹਾ ਹੀ ਕਾਂਗਰਸ ਨੂੰ ਕੀ ਕਰਨਾ ਪਏਗਾ? ਕੋਲੀਜਨ ਗਵਰਨਮੈਂਟ ਕਰਨੀ ਪਏਗੀ, ਗਠਬੰਧਨ ਕਰਕੇ ਸਰਕਾਰ ਬਣਾਉਣੀ ਪਏਗੀ। ਪੰਜਾਬ ਦੇ ਵਿੱਚ ਯੂਨੀਅਨਿਸਟ ਪਾਰਟੀ ਨਾਲ ਬਣਾਈ ਗਈ ਹੈ। ਤੇ ਕਾਂਗਰਸ ਦੀ ਗੱਲ ਕਰਾਂਗੇ ਬੰਗਾਲ ਦੇ ਵਿੱਚ ਤਾਂ ਨਾਮ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਕ੍ਰਿਸ਼ਕ ਪ੍ਰਜਾ ਪਾਰਟੀ। ਇਹ ਕ੍ਰਿਸ਼ਕ ਪ੍ਰਜਾ ਪਾਰਟੀ ਉਹੀ ਜਿਹੜੀ ਫਜ਼ਲੁਲ ਹਕ ਨੇ ਬਣਾਈ ਸੀ, ਉਹਦੇ ਨਾਲ ਬੰਗਾਲ ਦੇ ਵਿੱਚ ਕਾਂਗਰਸ ਕੀ ਕਰ ਰਹੀ ਹੈ? ਕੋਲੀਜਨ ਕਰਕੇ, ਗਠਬੰਧਨ ਕਰਕੇ ਸਰਕਾਰ ਬਣਾਏਗੀ। ਕਿਹੜੀ ਜਗ੍ਹਾ? ਪੰਜਾਬ ਤੇ ਬੰਗਾਲ। ਜੇ ਗੱਲ ਕਰਾਂਗੇ ਮੁਸਲਿਮ ਲੀਗ ਦੀ ਤਾਂ ਮੁਸਲਿਮ ਲੀਗ ਨੂੰ ਜ਼ਿਆਦੀਆਂ ਜੀ ਸੀਟਾਂ ਨਹੀਂ ਮਿਲੀਆਂ। ਤਾਂ ਇੱਥੋਂ ਹੀ ਮੁਸਲਿਮ ਲੀਗ ਨੂੰ ਇੱਕ ਚੀਜ਼ ਤਾਂ ਕਲੀਅਰ ਹੋ ਜਾਏਗੀ ਕਿ ਜਦ ਤੱਕ ਕਾਂਗਰਸ ਹੈ
ਤਾਂ ਮੁਸਲਿਮ ਲੀਗ ਨੂੰ ਕੁਝ ਨਹੀਂ ਮਿਲਣ ਵਾਲਾ। ਜੇ ਇੱਕ ਹੀ ਜਗ੍ਹਾ ਦੇ ਵਿੱਚ ਰਹਿਣਗੇ, ਕਾਂਗਰਸ ਵੀ ਰਹੇਗੀ, ਮੁਸਲਿਮ ਲੀਗ ਵੀ ਰਹੇਗੀ, ਤਾਂ ਮੁਸਲਿਮ ਲੀਗ ਨੂੰ ਕੁਝ ਨਹੀਂ ਮਿਲਣ ਵਾਲਾ। ਤਾਂ ਇੱਥੋਂ ਹੀ ਮੁਸਲਿਮ ਲੀਗ ਦੀ ਇੱਕ ਹੋਰ ਆਈਡੀਓਲੋਜੀ ਸ਼ੁਰੂ ਹੋਏਗੀ ਕਿ ਜੇ ਸਾਨੂੰ ਤਾਂ ਸਾਡਾ ਮੁਲਕ ਅੱਡ ਹੀ ਦੇ ਦਿਓ। 1900 ਇਲੈਕਸ਼ਨ ਜਿਹੜੇ ਨੇ 1937 ਦੇ ਹਾਰਨ ਤੋਂ ਬਾਅਦ ਮੁਸਲਿਮ ਲੀਗ ਦੇ ਲੀਡਰ ਜਿਹੜੇ ਨੇ ਹੁਣ ਥੋੜਾ ਜਿਹਾ ਜ਼ਿਆਦਾ ਬੋਲਣਗੇ ਕਿ ਸਾਨੂੰ ਸਾਡਾ ਅਲੱਗ ਤੋਂ ਹੀ ਇੱਕ ਦੇਸ਼ ਦੇ ਦਿਓ ਜੀ, ਕਿਉਂਕਿ ਅਸੀਂ ਜੇ ਇਹਨਾਂ ਦੇ ਨਾਲ ਰਹੇ ਤਾਂ ਕਾਂਗਰਸ ਤਾਂ ਹਮੇਸ਼ਾ ਜਿੱਤ ਜਾ ਕਰੇਗੀ, ਸਾਨੂੰ ਪਾਵਰ ਨਹੀਂ ਮਿਲਣੀ। ਅੱਗੇ ਗੱਲ ਕਰਦੇ ਹਾਂ ਜੀ, ਹੁਣ 1937 ਦੇ ਇਲੈਕਸ਼ਨ ਜਿਹੜੀ ਹੈ ਕਾਂਗਰਸ ਜਿੱਤ ਚੁੱਕੀ ਹੈ। ਮੈਜੋਰਿਟੀ ਦੇ ਵਿੱਚ ਜਿੰਨੀਆਂ ਵੀ ਪ੍ਰੋਵਿੰਸਿਸ ਨੇ, ਜਿੰਨੀਆਂ ਵੀ ਸਟੇਟਸ ਨੇ, ਉਹਨਾਂ ਦੇ ਵਿੱਚ ਕਾਂਗਰਸ ਆ ਚੁੱਕੀ ਹੈ। ਪਰ ਕਾਂਗਰਸ 5 ਸਾਲ ਨਹੀਂ ਕੰਮ ਕਰ ਪਾਏਗੀ। 1937 ਤੋਂ ਲੈ ਕੇ 1939 ਤੱਕ ਹੀ ਕੰਮ ਕਰੇਗੀ। ਹੁਣ ਸਿਰਫ 2 ਸਾਲ ਹੀ ਸਰਕਾਰ ਹੋਏਗੀ ਇਹਨਾਂ ਦੀ। ਕਿਉਂ ਬਣੇਗੀ 2 ਸਾਲ? ਕਿਉਂ ਸਰਕਾਰ ਸਾਰੀਆਂ ਦੀ ਸਾਰੀਆਂ ਰਿਜ਼ਾਈਨ ਕਰ ਦੇਗੀ? ਐਵੇਂ ਤਾਂ ਕੀ ਹੋਏਗਾ? ਤਾਂ ਆਪਾਂ ਦੇਖਾਂਗੇ 1939 ਦੇ ਵਿੱਚ ਵਰਲਡ ਵਾਰ 2 ਸ਼ੁਰੂ ਹੋ ਜਾਏਗਾ। ਹੁਣ ਵਰਲਡ ਵਾਰ 2 ਸ਼ੁਰੂ ਹੋਣ ਤੋਂ ਪਹਿਲਾਂ ਆ 2 ਸਾਲ ਸਰਕਾਰ ਨੇ ਕੀਤਾ ਕਿ ਉਹ ਥੋੜਾ ਜਿਹਾ ਆਪਾਂ ਗੱਲ ਕਰ ਲੈਂਦੇ ਹਾਂ। ਜੇ ਆਪਾਂ ਗੱਲ ਕਰੀਏ ਕਾਂਗਰਸ ਦੀ ਗਵਰਨਮੈਂਟ ਦੀ ਟੈਨਿਓਰ ਦੀ, ਤਾਂ ਪਹਿਲੀ ਵਾਰ ਗਵਰਨਮੈਂਟ ਜਿਹੜੀ ਹੈ ਹੁਣ ਇੰਡੀਅਨਸ ਦੀ ਬਣੀ ਹੈ। ਇੰਡੀਅਨਸ ਦੀ ਬਣੀ ਆਪਾਂ ਕਹਿ ਸਕਦੇ ਹਾਂ, ਪਹਿਲਾਂ ਸਾਨੂੰ ਅੰਗਰੇਜ਼ਾਂ ਤੋਂ ਕੀ ਮੰਗਣੇ ਪੈਂਦੇ ਸੀ? ਹੱਕ ਮੰਗਣੇ ਪੈਂਦੇ ਸੀ। ਹੁਣ ਪਹਿਲੀ ਵਾਰ ਇੰਡੀਅਨਸ ਦੇ ਹੱਥ 'ਚ ਪਾਵਰ ਆਈ ਹੈ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਸਾਰੇ ਲੋਕਾਂ ਦੀ ਐਕਸਪੈਕਟੇਸ਼ਨਸ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਹਾਈ ਹੋਣਗੀਆਂ? ਸਾਰੇ ਇਹੀ ਸੋਚਣਗੇ ਕਿ ਹੁਣ ਪਹਿਲੀ ਵਾਰ ਸਾਡੇ ਭਰਾ ਜਿਹੜੇ ਨੇ ਇਲੈਕਸ਼ਨ ਜਿੱਤ ਕੇ ਆਏ ਨੇ, ਹੁਣ ਸਾਨੂੰ ਤਾਂ ਜ਼ਿਆਦਾ ਤੋਂ ਜ਼ਿਆਦਾ ਕੀ ਮਿਲਣੇ ਚਾਹੀਦੇ ਨੇ? ਪਾਵਰ ਮਿਲਣੀ ਚਾਹੀਦੀ ਹੈ, ਸਾਡੇ ਕੰਮ ਹੋਣੇ ਚਾਹੀਦੇ ਨੇ। ਅੰਗਰੇਜ਼ਾਂ ਦੀ ਹੁਣ ਤਰਲੇ ਮਿੰਨਤਾਂ ਕਰਨ ਦੀ ਲੋੜ ਨਹੀਂ। ਇੰਡੀਅਨਸ ਬੈਠੇ ਨੇ, ਕਾਂਗਰਸ ਬੈਠੀ ਹੈ। ਇਹ ਉਹੀ ਕਾਂਗਰਸ ਹੈ ਜਿਹੜੀ ਅੰਗਰੇਜ਼ਾਂ ਤੋਂ ਸਾਡੇ ਲਈ ਡਿਮਾਂਡਸ ਕਰ ਰਹੀ ਸੀ। ਤਾਂ ਆਪਾਂ ਦੇਖਦੇ ਹਾਂ ਕਿ ਇੱਥੇ ਕਾਂਗਰਸ ਜਿਹੜੀ ਹੈ ਕਾਫੀ ਜ਼ਿਆਦਾ ਆਪਾਂ ਕਹਾਂਗੇ ਕਿ ਲਾਜ਼ ਲੈ ਕੇ ਆਣਗੇ ਪੀਜ਼ੈਂਟਸ ਨੂੰ ਰਿਲੇਟਿਡ, ਕਿਸਾਨਾਂ ਲਈ, ਕਿਸਾਨਾਂ ਨੂੰ ਰਿਲੀਫ ਦਿੱਤਾ ਜਾਏਗਾ। ਠੀਕ ਹੈ ਜੀ। ਇਸ ਤੋਂ ਇਲਾਵਾ ਪੋਲੀਟੀਕਲ ਪ੍ਰਿਜ਼ਨਰਸ, ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਪੋਲੀਟੀਕਲ ਪ੍ਰਿਜ਼ਨਰਸ ਅੰਗਰੇਜ਼ਾਂ ਨੇ ਬੰਦ ਕੀਤੇ ਹੋਏ ਸੀ, ਉਹਨਾਂ ਨੂੰ ਕੀ ਕੀਤਾ ਜਾਏਗਾ? ਫ੍ਰੀ ਕੀਤਾ ਜਾਏਗਾ। ਉਹਨਾਂ ਨੂੰ ਜੇਲ੍ਹਾਂ ਚੋਂ ਕੱਢਿਆ ਜਾਏਗਾ। ਉਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਨੇ ਵਾਪਸ ਦਿੱਤੀਆਂ ਜਾਣਗੀਆਂ। ਪਰ ਕਿਤੇ ਨਾ ਕਿਤੇ ਜਿੰਨੀਆਂ ਲੋਕਾਂ ਦੀ ਡਿਮਾਂਡ ਸੀਗੀ, ਐਕਸਪੈਕਟੇਸ਼ਨ ਸੀ ਕਾਂਗਰਸ ਦੇ ਨਾਲ, ਕਾਂਗਰਸ ਉਸ ਤੇ ਨਹੀਂ ਸੀ ਪੂਰੀ ਆ ਪਾ ਰਹੀ। ਕਿਉਂਕਿ ਕਿਤੇ ਨਾ ਕਿਤੇ ਕਾਂਗਰਸ ਦੀ ਵੀ ਕੀ ਸੀ, ਆਪਾਂ ਕਹਿ ਸਕਦੇ ਹਾਂ ਕਿ ਇੱਥੇ ਮਜਬੂਰੀਆਂ ਸੀ। ਪ੍ਰੋਵਿੰਸਿਸ ਨੂੰ ਟੋਟਲ ਆਟੋਨਮੀ ਅਜੇ ਪੂਰੀ ਨਹੀਂ ਸੀ ਮਿਲ ਰਹੀ, ਕਿਉਂਕਿ ਸੈਂਟਰ ਨੇ ਪਾਵਰ ਤਾਂ ਦਿੱਤੀ ਸੀ ਪਰ ਇੰਨੀ ਵੀ ਪਾਵਰ ਨਹੀਂ ਸੀ। ਉੱਪਰੋਂ ਦੀ ਇੱਕ ਆਪਾਂ ਕੀ ਕਹਿ ਸਕਦੇ ਹਾਂ, ਕਾਂਗਰਸ ਅਜੇ ਪਹਿਲੀ ਵਾਰ ਆਈ ਸੀ ਪ੍ਰੋਵਿੰਸਿਸ ਦੇ ਵਿੱਚ ਟੋਟਲ ਆਟੋਨਮੀ ਦੇ ਨਾਲ, ਤਾਂ ਇਹਨਾਂ ਨੂੰ ਅਜੇ ਸਾਰਾ ਕੁਝ ਸਮਝ ਆਉਣ 'ਚ ਟਾਈਮ ਲੱਗਣਾ ਸੀ। ਪਰ ਲੋਕਾਂ ਦੀ ਡਿਮਾਂਡ ਬਹੁਤ ਜ਼ਿਆਦਾ ਸੀ, ਤਾਂ ਕਾਫੀ ਜ਼ਿਆਦਾ ਲੋਕ ਆਪਾਂ ਇੱਥੇ ਦੇਖਾਂਗੇ ਕਿ ਕਾਂਗਰਸ ਦੇ ਨਾਲ ਕੀ ਹੋਣਗੇ, ਆਪਾਂ ਕਹਿ ਸਕਦੇ ਹਾਂ ਕਿ ਦੁਖੀ ਵੀ ਹੋਣਗੇ, ਕਿ ਕਾਂਗਰਸ ਤੋਂ ਨਿਰਾਸ਼ ਵੀ ਹੋਣਗੇ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਦਲਿਤ ਦੀ, ਠੀਕ ਹੈ ਜੀ, ਦਲਿਤ ਤੇ ਉਹਨਾਂ ਦੇ ਲੀਡਰ ਉਹ ਇੰਪ੍ਰੈਸ ਨਹੀਂ ਹੋਣਗੇ ਕਾਂਗਰਸ ਤੋਂ। ਉਹ ਕਹਿਣਗੇ ਕਿ ਕਾਂਗਰਸ ਅਜੇ ਤੱਕ ਤਾਂ ਜ਼ਿਆਦਾ ਕੁਝ ਐਕਟ ਹੀ ਨਹੀਂ ਲੈ ਕੇ ਆਈ। ਇਹ ਜਿਹੜਾ ਕਾਸਟ ਦੇ ਉੱਪਰ ਡਿਸੇਬਿਲਿਟੀ ਹੈ, ਜਿਹੜੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਇਹਨੂੰ ਖਤਮ ਹੀ ਨਹੀਂ ਕੀਤਾ ਕਾਂਗਰਸ ਨੇ ਅਜੇ ਤੱਕ। ਤਾਂ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਤੋਂ ਬਹੁਤ ਜ਼ਿਆਦਾ ਕੁਝ ਐਕਸਪੈਕਟ ਕਰ ਰਹੇ ਸੀ ਤੇ ਕਾਂਗਰਸ ਡਿਲੀਵਰ ਹੀ ਨਹੀਂ ਸੀ ਕਰ ਪਾ ਰਹੀ। ਤੇ ਕਾਂਗਰਸ ਜਿਹੜੀ ਹੈ ਹੁਣ ਦੋਵੇਂ ਪਾਸੇ ਫਸ ਗਈ। ਪਹਿਲਾਂ ਕਾਂਗਰਸ ਅੰਗਰੇਜ਼ਾਂ ਤੋਂ ਮੰਗਦੀ ਸੀ, ਆਪਣੇ ਲੋਕਾਂ ਦੇ ਨਾਲ ਸੀ। ਹੁਣ ਲੋਕ ਕਾਂਗਰਸ ਤੋਂ ਮੰਗ ਰਹੇ ਨੇ, ਕਾਂਗਰਸ ਡਿਲੀਵਰ ਨਹੀਂ ਕਰ ਪਾ ਰਹੀ, ਤਾਂ ਕਾਂਗਰਸ ਦੋਵੇਂ ਪਾਸੇ ਫਸ ਗਈ ਹੁਣ। ਚਲੋ ਜੀ ਅੱਗੇ ਗੱਲ ਕਰਦੇ ਹਾਂ। ਕਾਂਗਰਸ ਜਿਹੜਾ ਲੋਕਾਂ ਦੀ ਐਕਸਪੈਕਟੇਸ਼ਨਸ ਨੂੰ ਕੀ ਨਹੀਂ ਕਰ ਪਾਏਗੀ, ਉਹਨਾਂ ਤੱਕ ਆਪਾਂ ਦੇਖਿਆ ਕਿ ਪਹੁੰਚ ਨਹੀਂ ਪਾਏਗੀ। ਤੇ ਇਹਦੇ ਵਿੱਚ ਹੀ ਆਪਾਂ ਦੇਖਾਂਗੇ ਕਿ ਅਜੇ ਕਾਂਗਰਸ 37 ਦੇ ਵਿੱਚ ਸ਼ੁਰੂ ਹੋਈ, 37 ਦੇ ਵਿੱਚ, ਤੇ 39 ਆਂਦੇ ਆਂਦੇ ਕਾਂਗਰਸ ਨੂੰ ਰਿਜ਼ਾਈਨ ਕਰਨਾ ਪੈ ਜਾਏਗਾ। ਕਿਉਂ ਰਿਜ਼ਾਈਨ ਕਰਨਾ ਪਏਗਾ? ਕਿਉਂਕਿ ਇੰਡੀਆ ਦੇ ਵਾਇਸਰॉय, ਨਾਮ ਯਾਦ ਰੱਖ ਲਿਓ ਜੀ, ਲਾਰਡ ਲਿਲਿਥਗੋ। ਜਿਹੜੇ ਲਾਰਡ ਲਿਲਿਥਗੋ ਸੀ, ਇਹਨਾਂ ਨੇ ਕੀ ਹੋ ਗਿਆ ਇੱਥੇ 39 ਦੇ ਵਿੱਚ ਵਰਲਡ ਵਾਰ 2 ਸ਼ੁਰੂ ਹੋ ਗਿਆ ਤੇ ਇੰਡੀਅਨਸ ਨੂੰ ਬਿਨਾਂ ਪੁੱਛੇ ਹੀ ਇੰਡੀਆ ਨੂੰ ਕਿਹਦੇ ਵਿੱਚ ਧਕੇਲ ਦਿੱਤਾ ਗਿਆ? ਵਰਲਡ ਵਾਰ 2 ਚ ਧਕੇਲ ਦਿੱਤਾ ਗਿਆ, ਜਿਵੇਂ ਵਰਲਡ ਵਾਰ 1 ਚ ਹੋਇਆ ਸੀ। ਸਾਨੂੰ ਬਿਨਾਂ ਪੁੱਛੇ, ਕਾਂਗਰਸ ਨੂੰ ਬਿਨਾਂ ਪੁੱਛੇ ਸਾਨੂੰ ਵਰਲਡ ਵਾਰ ਚ ਲੈ ਦਿੱਤਾ ਗਿਆ। ਵਰਲਡ ਵਾਰ ਹੋ ਕਿੱਥੇ ਰਹੀ ਹੈ? ਕੀ ਲੜਾਈ ਹੋ ਰਹੀ ਹੈ? ਯੂਰਪ ਚ ਲੜਾਈ ਹੋ ਰਹੀ ਹੈ। ਉਹ ਸਾਡੀ ਲੜਾਈ ਨਹੀਂ ਸੀ। ਸਾਨੂੰ ਬਿਨਾਂ ਪੁੱਛੇ ਕਿਉਂ ਕਾਂਗਰਸ, ਬ੍ਰਿਟਿਸ਼ਰਸ ਨੇ ਸਾਨੂੰ ਵਰਲਡ ਵਾਰ 2 ਚ ਲੈ ਗਏ। ਤਾਂ ਕਾਂਗਰਸ ਇਸ ਚੀਜ਼ ਤੋਂ ਕਾਫੀ ਜ਼ਿਆਦਾ ਕੀ ਹੋਏਗੀ? ਦੁਖੀ ਹੋਏਗੀ, ਨਿਰਾਸ਼ ਹੋਏਗੀ। ਤਾਂ ਆਪਾਂ ਦੇਖਾਂਗੇ ਕਿ ਕਾਂਗਰਸ ਜਿਹੜੀ ਹੈ ਇੱਥੇ ਕੀ ਕਰ ਜਾਏਗੀ? ਕਾਂਗਰਸ ਸਾਰੀਆਂ ਮਿਨਿਸਟਰੀਜ਼ ਤੋਂ ਰਿਜ਼ਾਈਨ ਕਰ ਦੇਗੀ। ਕਾਂਗਰਸ ਨੇ ਟੋਟਲ ਰਿਜ਼ਾਈਨ ਦੇਤਾ। ਕਾਂਗਰਸ ਕਹਿ ਜਾਏ ਕਿ ਅਸੀਂ ਤੁਹਾਡੇ ਨਾਲ ਕੀ ਨਹੀਂ ਕਰਦੇ, ਅਸੀਂ ਤੁਹਾਡੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕੋਆਪਰੇਟ ਹੀ ਨਹੀਂ ਕਰਨਾ। ਤੁਸੀਂ ਸਾਡੇ ਤੋਂ ਬਿਨਾਂ ਪੁੱਛੇ ਇੰਡੀਆ ਨੂੰ ਕਿਵੇਂ ਵਰਲਡ ਵਾਰ ਚ ਲੈ ਗਏ? ਹੁਣ ਤੁਸੀਂ ਵਰਲਡ ਵਾਰ ਚ ਲੈ ਕੇ ਫਿਰ ਇੰਡੀਅਨਸ ਦੇ ਉੱਪਰ ਟੈਕਸ ਵਧਣਗੇ, ਫਿਰ ਇੰਡੀਆ ਦੇ ਵਿੱਚ ਮਹਿੰਗਾਈ ਹੋਏਗੀ। ਇਹ ਲੜਾਈ ਸਾਡੀ ਨਹੀਂ, ਇਹ ਤਾਂ ਲੜਾਈ ਤੁਹਾਡੀ ਹੈ। ਉਹ ਗੱਲ ਅਲੱਗ ਹੈ ਕਿ ਅਸੀਂ ਤੁਹਾਡੇ ਗੁਲਾਮ ਆ, ਪਰ ਸਾਨੂੰ ਬਿਨਾਂ ਪੁੱਛੇ ਕਾਂਗਰਸ ਨੂੰ ਤਾਂ ਪੁੱਛਣਾ ਚਾਹੀਦਾ ਸੀ ਕਿਤੇ ਨਾ ਕਿਤੇ, ਜੇ ਕਾਂਗਰਸ ਮੈਜੋਰਿਟੀ ਪ੍ਰੋਵਿੰਸਿਸ ਦੇ ਵਿੱਚ ਹੈ। ਹੁਣ ਜਿਸ ਦਿਨ ਕਾਂਗਰਸ ਕੀ ਕਰ ਰਹੀ ਹੈ? ਰਿਜ਼ਾਈਨ ਕਰ ਰਹੀ ਹੈ। ਤਾਂ ਦੂਜੀ ਕਾਂਗਰਸ ਦੀ ਐਂਟੀ ਪਾਰਟੀ ਕੌਣ ਹੈ? ਮੁਸਲਿਮ ਲੀਗ। ਉਹ ਕੀ ਕਰ ਰਹੇ ਨੇ? ਉਹ ਖੁਸ਼ੀ ਮਨਾ ਰਹੇ ਨੇ। ਤਾਂ ਆਪਾਂ ਦੇਖਾਂਗੇ ਕਿ ਜਿਸ ਦਿਨ ਕਾਂਗਰਸ ਰਿਜ਼ਾਈਨ ਕਰੇਗੀ, ਮੁਸਲਿਮ ਲੀਗ ਉਸ ਡੇ ਨੂੰ ਕਹੇਗੀ ਡਿਲੀਵਰੈਂਸ ਡੇ। ਉਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਖੁਸ਼ੀ ਦਾ ਹੀ ਟਿਕਾਣਾ ਨਹੀਂ, ਕਿਉਂਕਿ ਮੁਸਲਿਮ ਲੀਗ ਨੂੰ ਤਾਂ ਸੀਟਾਂ ਹੀ ਨਹੀਂ ਸੀ ਮਿਲੀਆਂ। ਚਲੋ ਜੀ ਅੱਗੇ ਗੱਲ ਕਰਦੇ ਹਾਂ। ਹੁਣ ਵਰਲਡ ਵਾਰ ਆਪਣਾ 2nd ਸ਼ੁਰੂ ਹੋ ਗਿਆ। ਹੁਣ ਵਰਲਡ ਵਾਰ 2nd ਸ਼ੁਰੂ ਹੋ ਗਿਆ। ਕਾਂਗਰਸ ਨੂੰ ਬਿਨਾਂ ਪੁੱਛੇ ਸਾਨੂੰ ਕਿੱਥੇ ਕੀਤਾ ਗਿਆ? ਵਰਲਡ ਵਾਰ ਚ ਲੈ ਗਏ। ਤਾਂ ਕਾਂਗਰਸ ਨੇ ਤਾਂ ਆਪਣੇ ਆਪ ਨੂੰ ਰਿਜ਼ਾਈਨ ਕਰਕੇ ਅਲੱਗ ਕਰਤਾ ਕਿ ਅਸੀਂ ਤਾਂ ਤੁਹਾਡਾ ਸਾਥ ਨਹੀਂ ਦੇ ਰਹੇ।
ਜਦੋਂ ਇੰਡੀਆ 'ਚ ਵੱਡੀ ਪਾਰਟੀ ਹੈ ਕਾਂਗਰਸ, ਉਹ ਕਹਿ ਰਹੀ ਹੈ ਕਿ ਅਸੀਂ ਤੁਹਾਡਾ ਸਾਥ ਨਹੀਂ ਦੇਵਾਂਗੇ, ਤਾਂ ਕਿਤੇ ਨਾ ਕਿਤੇ ਅੰਗਰੇਜ਼ਾਂ ਦੇ ਉੱਪਰ ਪ੍ਰੈਸ਼ਰ ਹੋਏਗਾ। ਅੰਗਰੇਜ਼ਾਂ ਦੇ ਬਾਕੀ ਜਿਹੜੀ ਕੰਟਰੀਜ਼ ਜਿਹੜੀ ਵਰਲਡ ਵਾਰ 2 'ਚ ਉਹਨਾਂ ਦਾ ਹੈਲਪ ਕਰ ਰਹੀਆਂ ਨੇ, ਉਹਨਾਂ ਦੇ ਉੱਪਰ ਪ੍ਰੈਸ਼ਰ ਹੋਏਗਾ ਕਿ ਜੇ ਇੰਡੀਅਨਸ ਨੂੰ ਇੱਥੇ ਲੈ ਕੇ ਆ ਰਹੇ ਹੋ, ਇਹਨਾਂ ਨੂੰ ਪਿੱਛੇ ਮਨਾਣਾ ਵੀ ਤਾਂ ਪਏਗਾ ਤੁਹਾਨੂੰ। ਤਾਂ ਇੰਡੀਅਨਸ ਨੂੰ, ਭਾਰਤੀਆਂ ਨੂੰ ਵਰਲਡ ਵਾਰ 2 'ਚ ਉਹਨਾਂ ਦਾ ਸਾਥ ਦੇਵੇ, ਬ੍ਰਿਟਿਸ਼ਰਸ ਦਾ ਸਾਥ ਮਿਲੇ ਜਾਂ ਬ੍ਰਿਟਿਸ਼ਰ ਨੂੰ ਭਾਰਤੀਆਂ ਦਾ ਸਾਥ ਮਿਲੇ, ਤਾਂ ਕਿਤੇ ਨਾ ਕਿਤੇ ਇੰਡੀਅਨਸ ਨੂੰ ਮਨਾਣਾ ਪਏਗਾ। ਤਾਂ ਆਪਾਂ ਇੱਥੇ ਦੇਖਾਂਗੇ ਕਿ ਅੰਗਰੇਜ਼ਾਂ ਦੇ ਉੱਪਰ ਪ੍ਰੈਸ਼ਰ ਹੈ ਕਿ ਇੰਡੀਅਨਸ ਨੂੰ ਮਨਾਓ ਤੇ ਵਰਲਡ ਵਾਰ 2 ਦੇ ਵਿੱਚ ਆਓ। ਤਾਂ ਆਪਾਂ ਇੱਥੇ ਦੇਖਾਂਗੇ ਕਿ ਅੰਗਰੇਜ਼ ਜਿਹੜੇ ਨੇ ਹੁਣ ਇੰਡੀਅਨਸ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ। ਕਿਵੇਂ ਕੋਸ਼ਿਸ਼ ਕਰਨਗੇ? ਸਾਨੂੰ ਕੁਝ ਆਫਰ ਕੀਤਾ ਜਾਏਗਾ। ਤਾਂ ਆਪਾਂ ਇੱਥੇ ਦੇਖਾਂਗੇ, ਨਾਮ ਯਾਦ ਰੱਖਿਓ ਜੀ, ਅਗਸਤ ਆਫਰ। ਅਗਸਤ ਆਫਰ ਆਏਗਾ ਜੀ। ਹੁਣ ਇਹ ਆਫਰ 'ਚ ਆਪਾਂ ਨੂੰ ਮਿਲ ਕੀ ਰਿਹਾ ਕਿ ਜੋ ਚੀਜ਼ ਮਿਲ ਰਹੀ ਹੈ ਉਹ ਸਾਡੇ ਲਈ ਇਨਫ ਹੈ ਕਿ ਇਹੀ ਚੀਜ਼ ਅਸੀਂ ਮੰਗ ਕਰ ਰਹੇ ਸੀ, ਉਹ ਦੇਖਦੇ ਹਾਂ। ਚਲੋ ਜੀ, ਜੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਂਗਰਸ ਦੀ ਮਿਨਿਸਟਰੀਜ਼ ਨੇ ਕੀ ਕੀਤਾ, ਰਿਜ਼ਾਈਨ ਕਰਤਾ ਸਾਰੀ ਪ੍ਰੋਵਿੰਸਿਸ ਤੋਂ, ਜਿਹਦੇ ਕਰਕੇ ਆਪਾਂ ਦੇਖ ਰਹੇ ਹਾਂ ਕਿ ਇੱਕ ਕਨਸਟੀਟਿਊਸ਼ਨਲ ਡੈਡਲੌਕ ਦੀ ਸਿਚੁਏਸ਼ਨ ਹੈ। ਠੀਕ ਹੈ ਜੀ, ਕਾਂਗਰਸ ਨੇ ਜਦੋਂ ਰਿਜ਼ਾਈਨ ਕਰਤਾ ਤਾਂ ਕਨਸਟੀਟਿਊਸ਼ਨਲ ਡੈਡਲੌਕ ਹੋ ਗਿਆ। ਹੁਣ ਕੋਈ ਕਿਸੇ ਪਾਸੇ ਕਿਸੇ ਨੂੰ ਪਤਾ ਹੀ ਨਹੀਂ ਕਿ ਕਰਨਾ ਕੀ ਹੈ। ਤਾਂ ਅੰਗਰੇਜ਼ ਜਿਹੜੇ ਨੇ ਕਾਂਗਰਸ ਨੂੰ ਮਨਾਉਣ ਲਈ ਲੈ ਕੇ ਕੀ ਆਏ ਨੇ, ਅਗਸਤ ਆਫਰ ਲੈ ਕੇ ਆਏ ਨੇ। ਜਿਹੜੇ ਅਗਸਤ ਆਫਰ ਹੈ, ਇਹਦੇ ਵਿੱਚ ਇਸ ਚੀਜ਼ ਨੂੰ ਰਿਜ਼ੋਲਵ ਕਰਨ ਲਈ ਕੌਣ ਲੈ ਕੇ ਆ ਰਹੇ ਨੇ? ਵਾਇਸਰਾਏ, ਜਿਨ੍ਹਾਂ ਦਾ ਨਾਮ ਹੈ ਲਿਲਿਥਗੋ। ਉਹੀ ਲਿਲਿਥਗੋ ਜਿਨ੍ਹਾਂ ਨੇ ਸਾਨੂੰ ਬਿਨਾਂ ਪੁੱਛੇ ਵਰਲਡ ਵਾਰ 2 ਦੇ ਵਿੱਚ ਇੰਡੀਆ ਨੂੰ ਐਂਟਰ ਕਰਵਾਤਾ ਸੀ। ਹੁਣ ਜਦੋਂ ਗੱਲ ਕਰਦੇ ਹਾਂ ਪ੍ਰਪੋਜ਼ਲਸ ਦੀ, ਤਾਂ ਦੇਖੋ ਜੀ, ਪ੍ਰਪੋਜ਼ਲ ਦੇ ਵਿੱਚ ਸਭ ਤੋਂ ਪਹਿਲਾ ਪ੍ਰਪੋਜ਼ਲ ਉਹ ਦੇਣਗੇ ਕਿ ਅਗਸਤ ਆਫਰ ਦੇ ਵਿੱਚ ਕਿ ਅਸੀਂ ਕੀ ਕਰਾਂਗੇ ਜੀ, ਵਾਇਸਰਾਏ ਦੀ ਐਗਜ਼ੀਕਿਊਟਿਵ ਕਾਉਂਸਿਲ ਨੂੰ ਇਨਕਰੀਜ਼ ਕਰਾਂਗੇ। ਇਹ ਉਹੀ ਵਾਇਸਰਾਏ ਦੀ ਐਗਜ਼ੀਕਿਊਟਿਵ ਕਾਉਂਸਿਲ ਹੈ ਜਿਹੜੀ 1773 ਦੇ ਐਕਟ ਤੋਂ ਬਣੀ ਹੋਈ ਹੈ। ਇਹਨੂੰ ਕਹਿੰਦੇ ਜੀ ਹੋਰ ਇਨਕਰੀਜ਼ ਕਰਾਂਗੇ, ਇਹ 'ਚ ਹੋਰ ਇੰਡੀਅਨਸ ਨੂੰ ਐਡ ਕਰ ਦਾਂਗੇ। ਕਲੀਅਰ? ਉਸ ਤੋਂ ਇਲਾਵਾ ਜੇ ਗੱਲ ਕਰਾਂਗੇ ਤਾਂ ਇਹ ਕਹਿਣਗੇ ਜੀ ਵਰਲਡ ਵਾਰ ਜਿਹੜਾ ਹੈਗਾ ਆਪਣਾ ਖਤਮ ਹੋ ਲੈਣ ਦਿਓ। ਜਿਹੜਾ ਵਰਲਡ ਵਾਰ 2 ਹੈ ਇਹਨੂੰ ਖਤਮ ਹੋ ਲੈਣ ਦਿਓ। ਇਸ ਤੇ ਖਤਮ ਹੋਣ ਤੋਂ ਬਾਅਦ ਤੁਹਾਡਾ ਕਨਸਟੀਟਿਊਸ਼ਨ ਲਈ ਬਣਾਉਣ ਲਈ ਇੱਕ ਬਾਡੀ ਬਣਾ ਦਿੱਤੀ ਜਾਏਗੀ। ਉਹ ਤੁਹਾਡਾ ਕਨਸਟੀਟਿਊਸ਼ਨ ਬਣਾਏਗੀ ਤੇ ਉਹ ਬਾਡੀ ਦੇ ਵਿੱਚ ਸਿਰਫ ਇੰਡੀਅਨਸ ਹੋਣਗੇ। ਮਤਲਬ ਕਿ ਇੰਡੀਅਨਸ ਆਪ ਡਿਸਾਈਡ ਕਰਨਗੇ ਕਿ ਉਹਨਾਂ ਨੂੰ ਕਨਸਟੀਟਿਊਸ਼ਨ ਕਿਵੇਂ ਦਾ ਚਾਹੀਦਾ ਹੈ। ਕਲੀਅਰ? ਉਸ ਤੋਂ ਇਲਾਵਾ ਜੇ ਗੱਲ ਕਰਾਂਗੇ, ਕਹਿ ਰਹੇ ਨੇ ਇੱਥੇ ਇੱਕ ਅਸੀਂ ਕੀ ਬਣਾਉਣਾ, ਇੱਕ ਬਣਾਵਾਂਗੇ ਵਾਰ ਐਡਵਾਈਜ਼ਰੀ ਕਾਉਂਸਿਲ ਬਣਾਏਗੀ, ਜਿਹਦੇ ਵਿੱਚ ਬ੍ਰਿਟਿਸ਼ ਇੰਡੀਅਨਸ ਹੋਣਗੇ ਤੇ ਇਸ ਤੋਂ ਇਲਾਵਾ ਪ੍ਰਿੰਸਲੀ ਸਟੇਟਸ ਹੋਣਗੀਆਂ। ਪਰ ਇੱਕ ਸਵਾਲ ਫੇਰ ਸਾਰਿਆਂ ਦੇ ਸਾਹਮਣੇ ਹੈ, ਕਾਂਗਰਸ ਕੀ ਮੰਗ ਰਹੀ ਹੈ? ਕਾਂਗਰਸ 1929 ਤੋਂ ਬਾਅਦ ਪੂਰਨ ਸਵਰਾਜ ਮੰਗ ਰਹੀ ਹੈ, ਕੰਪਲੀਟ ਇੰਡੀਪੈਂਡੈਂਸ ਦੀ ਡਿਮਾਂਡ ਹੋ ਰਹੀ ਹੈ। ਉਸ ਤੋਂ ਇਲਾਵਾ ਕਾਂਗਰਸ ਕਹਿ ਰਹੀ ਹੈ ਕਿ ਸਾਨੂੰ ਹੁਣੇ ਕੁਝ ਦਿਓ ਤਾਂ ਹੀ ਅਸੀਂ ਵਰਲਡ ਵਾਰ ਚਾਹੀਏ। ਤੁਸੀਂ ਕਹਿ ਰਹੇ ਹੋ ਕਿ ਵਰਲਡ ਵਾਰ ਖਤਮ ਹੋਏਗਾ ਉਸ ਤੋਂ ਬਾਅਦ ਦੇਵਾਂਗੇ। ਹੁਣ ਕਿਸ ਨੂੰ ਪਤਾ ਹੋਏਗਾ ਕਿ 1939 ਦਾ ਜਿਹੜਾ ਵਰਲਡ ਵਾਰ ਸ਼ੁਰੂ ਹੋਇਆ ਹੈ ਕਦੋਂ ਖਤਮ ਹੋਏਗਾ? ਹੁਣ ਨੂੰ ਖਤਮ ਹੈ 5 ਸਾਲ 'ਚ ਹੋ ਜਾਏ, ਹੁਣ ਨੂੰ ਖਤਮ ਹੈ 20 ਸਾਲ ਚੱਲੀ ਗਿਆ ਤਾਂ ਇੰਡੀਅਨਸ ਜਿਹੜੇ ਨੇ ਕੀ ਉਨੀ ਦੇਰ ਤੱਕ ਵੇਟ ਕਰਨਗੇ ਕਿ ਤੁਹਾਡੀ ਹੈਲਪ ਵੀ ਕਰਦੇ ਨੇ ਤੁਸੀਂ ਉਸ ਤੋਂ ਬਾਅਦ ਜੇ ਮੁੱਕਰ ਕੇ ਫਿਰ? ਕਿਉਂਕਿ ਵਰਲਡ ਵਾਰ 1 ਦੇ ਵਿੱਚ ਇੰਡੀਅਨਸ ਨੇ, ਭਾਰਤੀਆਂ ਨੇ ਅੰਗਰੇਜ਼ਾਂ ਦੀ ਹੈਲਪ ਕੀਤੀ ਸੀ। ਕੀ ਸਾਨੂੰ ਮਿਲਿਆ ਕੁਝ ਉਸ ਤੋਂ ਬਾਅਦ? ਜ਼ਿਆਦਾ ਕੁਝ ਨਹੀਂ ਸੀ ਮਿਲਿਆ। ਤਾਂ ਇੰਡੀਅਨਸ ਦੀ ਇੱਕ ਡਿਮਾਂਡ ਸੀ ਕਿ ਸਾਨੂੰ ਇਮੀਡੀਏਟ ਦਿਓ ਪਾਵਰ, ਤਾਂ ਹੀ ਅਸੀਂ ਤੁਹਾਡੀ ਹੈਲਪ ਕਰਾਂਗੇ, ਨਹੀਂ ਤਾਂ ਅਸੀਂ ਤੁਹਾਡੇ ਨਾਲ ਵਰਲਡ ਵਾਰ ਦੇ ਵਿੱਚ ਨਹੀਂ ਹੈਗੇ। ਤਾਂ ਜਦੋਂ ਆਪਾਂ ਗੱਲ ਕਰਦੇ ਹਾਂ ਇਸ ਦੀ, ਤਾਂ ਇਹਦੇ ਵਿੱਚ ਕੋਈ ਇਮੀਡੀਏਟ ਪਾਵਰ ਜਿਹੜੀ ਹੈ ਸਾਨੂੰ ਨਹੀਂ ਸੀ ਮਿਲ ਰਹੀ। ਕੋਈ ਵੀ ਸਾਨੂੰ ਇਮੀਡੀਏਟ ਪਾਵਰ ਨਹੀਂ ਸੀ ਮਿਲ ਰਹੀ। ਜੇ ਗੱਲ ਕਰਾਂਗੇ ਕਾਂਗਰਸ ਦੀ, ਤਾਂ ਕਾਂਗਰਸ ਨੇ ਤਾਂ ਹੁਣ ਆਪਣੀ ਜਿਹੜੀ ਡਿਮਾਂਡ ਹੈ ਕੰਪਲੀਟ ਇੰਡੀਪੈਂਡੈਂਸ ਦੀ, ਉਹ ਸ਼ੁਰੂ ਕੀਤੀ ਹੋਈ ਹੈ। ਕਾਂਗਰਸ ਤਾਂ ਕਹਿ ਹੀ ਨਹੀਂ ਰਹੀ ਕਿ ਹੁਣ ਸਾਨੂੰ ਡੋਮੀਨੀਅਨ ਸਟੇਟਸ ਦਿਓ ਜਾਂ ਕੁਝ ਹੋਰ ਦਿਓ। ਕੰਪਲੀਟ ਡਿਮਾਂਡ ਕਹਿ ਰਹੀ ਹੈ ਕਾਂਗਰਸ, ਕਹਿ ਰਹੀ ਹੈ ਕਿ ਆਜ਼ਾਦੀ ਚਾਹੀਦੀ ਹੈ, ਅੱਜ ਹੀ ਚਾਹੀਦੀ ਹੈ। ਤੇ ਜਿਹੜਾ ਆਪਾਂ ਗੱਲ ਕਰਾਂਗੇ ਅਗਸਤ ਆਫਰ, ਇਹ ਕੀ ਦੇ ਰਿਹਾ ਸੀ? ਇਹ ਦੇ ਰਿਹਾ ਸੀ ਡੋਮੀਨੀਅਨ ਸਟੇਟਸ। ਉਹ ਵੀ ਕਦੋਂ? ਵਾਰ ਤੋਂ ਬਾਅਦ, ਜਦੋਂ ਵਰਲਡ ਵਾਰ ਖਤਮ ਹੋ ਜਾਏਗੀ। ਕਦੋਂ ਖਤਮ ਹੋਏਗੀ ਇਹ ਨਹੀਂ ਪਤਾ, 5 ਸਾਲ ਚੱਲੇ, 10 ਸਾਲ ਚੱਲੇ। ਤਾਂ ਕਾਂਗਰਸ ਨੇ ਦੇਖਿਆ ਕਿ ਇਮੀਡੀਏਟ ਜਿਹੜੀ ਹੈ ਪਾਵਰ ਟ੍ਰਾਂਸਫਰ ਨਹੀਂ ਹੋਏਗੀ, ਤਾਂ ਅਸੀਂ ਕੀ ਦੇਖਾਂਗੇ ਇੱਥੇ, ਕਾਂਗਰਸ ਜਿਹੜੀ ਹੈ ਅਗਸਤ ਆਫਰ ਨੂੰ ਰਿਜੈਕਟ ਕਰ ਦੇਗੀ। ਅਗਸਤ ਆਫਰ ਨੂੰ ਅੰਗਰੇਜ਼ਾਂ ਨੂੰ ਕਿਹਾ ਜਾਏਗਾ ਕਿ ਨਹੀਂ ਜੀ, ਅਸੀਂ ਤੁਹਾਡਾ ਆਫਰ ਨਹੀਂ ਮੰਨਦੇ, ਇੰਡੀਆ ਤੁਹਾਡੇ ਨਾਲ ਵਰਲਡ ਵਾਰ 2 ਦੇ ਵਿੱਚ ਨਹੀਂ ਜਾ ਰਹੇ, ਸਾਡੀ ਸਪੋਰਟ ਤੁਹਾਨੂੰ ਨਹੀਂ ਹੈਗੀ। ਤਾਂ ਮਤਲਬ ਹੁਣ ਅਗਸਤ ਆਫਰ ਸਰਕਾਰ ਲੈ ਕੇ ਆਈ, ਅਸੀਂ ਨਹੀਂ ਮੰਨਿਆ, ਤਾਂ ਸਾਨੂੰ ਕਰਨਾ ਕੀ ਚਾਹੀਦਾ? ਅੰਗਰੇਜ਼ਾਂ ਨੂੰ ਕਿਵੇਂ ਦਿਖਾਈਏ ਕਿ ਅਸੀਂ ਤੁਹਾਡੇ ਅਗੇਂਸਟ ਹਾਂ? ਤਾਂ ਆਪਾਂ ਇੱਥੇ ਦੇਖਾਂਗੇ ਇੱਕ ਫੇਰ ਮੂਵਮੈਂਟ ਕਰਨ ਦੀ ਜ਼ਰੂਰਤ ਹੈ। ਪਰ ਗਾਂਧੀ ਜੀ ਦੇਖ ਰਹੇ ਨੇ ਕਿ ਵਰਲਡ ਵਾਰ 2 ਚੱਲ ਰਹੀ ਹੈ, ਇੱਕ ਵੱਡੀ ਮੂਵਮੈਂਟ ਨਹੀਂ ਕਰ ਸਕਦੇ। ਜੇ ਵਰਲਡ ਵਾਰ 2 ਚੱਲ ਰਹੀ ਹੈ, ਇੱਕ ਵੱਡੀ ਮੂਵਮੈਂਟ ਜੇ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹੋ ਸਕਦਾ ਹੈ ਕਿ ਅੰਗਰੇਜ਼ ਜਿਹੜੇ ਨੇ ਉਹ ਕੀ ਕਰਨ? ਤਾਂ ਆਪਾਂ ਦੇਖਾਂਗੇ ਹੋ ਸਕਦਾ ਇੱਥੇ ਅੰਗਰੇਜ਼ ਜਿਹੜੇ ਨੇ ਸਾਨੂੰ ਬਹੁਤ ਜ਼ਿਆਦਾ ਸਪਰੈਸ ਕਰਨ, ਕਿਉਂਕਿ ਅੰਗਰੇਜ਼ ਨਹੀਂ ਚਾਹੁੰਦੇ ਵੀ ਉਧਰ ਵੀ ਆਪਾਂ ਕਹਿ ਸਕਦੇ ਕਿ ਵਰਲਡ ਵਾਰ 2 ਚ ਵੀ ਲੜ ਰਹੇ ਹੁਣ, ਤਾਂ ਇੱਥੇ ਇੰਡੀਆ 'ਚ ਵੀ ਇੱਕ ਵੱਡੀ ਮੂਵਮੈਂਟ ਚੱਲੇ, ਜਿਸ ਦੀ ਵਜ੍ਹਾ ਤੋਂ ਗਾਂਧੀ ਜੀ ਕੀ ਕਹਿਣਗੇ, ਆਪਾਂ ਇੱਕ ਵੱਡੀ ਮੂਵਮੈਂਟ ਨਹੀਂ ਕਰਦੇ, ਆਪਾਂ ਕੀ ਸ਼ੁਰੂ ਕਰਦੇ ਹਾਂ? ਇੰਡੀਵਿਜੂਅਲ ਸੱਤਿਆਗ੍ਰਹਿ ਸ਼ੁਰੂ ਕਰਦੇ ਹਾਂ। ਇੱਕ ਲੋਕਾਂ ਨੂੰ ਬੁਲਾ ਕੇ ਸਾਰਿਆਂ ਨੂੰ ਮਾਸ ਮੂਵਮੈਂਟ ਨਹੀਂ ਕਰਦੇ, ਆਪਾਂ ਇੰਡੀਵਿਜੂਅਲ ਤੌਰ ਤੇ ਆਪਣੇ ਇਕੱਲੇ ਦੇ ਤੌਰ ਦੇ ਉੱਪਰ ਇੱਕ ਸੱਤਿਆਗ੍ਰਹਿ ਕਰਾਂਗੇ, ਜਿਹਨੂੰ ਕਹਾਂਗੇ ਇੰਡੀਵਿਜੂਅਲ ਸੱਤਿਆਗ੍ਰਹਿ। ਇੰਡੀਵਿਜੂਅਲ ਸੱਤਿਆਗ੍ਰਹਿ ਦਾ ਮਤਲਬ ਕਿ ਹਰ ਇੱਕ ਬੰਦਾ ਜਿਹੜਾ ਹੈਗਾ ਅੰਗਰੇਜ਼ਾਂ ਦੇ ਅਗੇਂਸਟ ਹੀ ਰਹੇਗਾ, ਉਹਨਾਂ ਨਾਲ ਕੋਆਪਰੇਟ ਨਹੀਂ ਕਰੇਗਾ। ਆਪਣੇ ਲੈਵਲ ਤੇ ਜਿੱਥੇ ਵੀ ਹੋ ਸਕਦਾ, ਜੇ ਤੁਸੀਂ ਆਪਾਂ ਕਹਿ ਸਕਦੇ ਸਰਕਾਰੀ ਕਰਮਚਾਰੀ ਹੋ ਜਾਂ ਜਿੱਥੇ ਵੀ ਤੁਸੀਂ ਹੋ, ਜਿਹੜੀ ਮਰਜ਼ੀ ਪੋਸਟ ਤੇ, ਤੁਸੀਂ ਇੱਕ ਇੰਡੀਵਿਜੂਅਲ ਸੱਤਿਆਗ੍ਰਹਿ ਸ਼ੁਰੂ ਕਰ ਦਿਓ। ਜ਼ਰੂਰ ਨਹੀਂ ਕਿ ਗਾਂਧੀ ਜੀ ਕਹਿਣਗੇ ਇੱਕ ਮੂਵਮੈਂਟ ਹੋਏਗੀ ਤਾਂ ਸਾਰੇ ਇਕੱਠੇ ਹੋ ਕੇ ਹਜੂਮ ਜਿਹੜਾ ਉਹੀ ਕਰੇਗਾ, ਉਦੋਂ ਕੁਝ ਨਹੀਂ।
ਗਾਂਧੀ ਜੀ ਕਹਿਣਗੇ ਇੰਡੀਵਿਜੂਅਲ ਤੌਰ ਤੇ ਆਪਣੇ ਸ਼ੁਰੂ ਕਰ ਦਿਓ, ਜਿਹਨੂੰ ਆਪਾਂ ਕਹਾਂਗੇ ਇੰਡੀਵਿਜੂਅਲ ਸੱਤਿਆਗ੍ਰਹਿ। ਤਾਂ ਕੁਝ ਨਾਮ ਨੇ ਜਿਹੜੇ ਯਾਦ ਰੱਖਣੇ ਨੇ। ਪਹਿਲਾਂ ਆਪਾਂ ਇੱਥੇ ਕ੍ਰੋਨੋਲੋਜੀ ਯਾਦ ਰੱਖਣੀ ਹੈ। ਦੇਖੋ ਜੀ, ਸਭ ਤੋਂ ਪਹਿਲਾਂ ਕ੍ਰੋਨੋਲੋਜੀ ਦੇ ਵਿੱਚ ਯਾਦ ਰੱਖਿਓ ਵਰਲਡ ਵਾਰ 2 ਸ਼ੁਰੂ ਹੋਇਆ। ਵਰਲਡ ਵਾਰ 2 ਸ਼ੁਰੂ ਹੋਣ ਤੋਂ ਬਾਅਦ ਹੀ ਕਾਂਗਰਸ ਨੇ ਕੀ ਕੀਤਾ, ਰਿਜ਼ਾਈਨ ਕਰਤਾ। ਜਦੋਂ ਕਾਂਗਰਸ ਨੇ ਰਿਜ਼ਾਈਨ ਕੀਤਾ, ਇਸ ਚੀਜ਼ ਨੂੰ ਮੁਸਲਿਮ ਲੀਗ ਵਾਲੇ ਕੀ ਕਹਿ ਰਹੇ ਨੇ, ਡਿਲੀਵਰੈਂਸ ਡੇ ਕਹਿ ਰਹੇ ਨੇ, ਠੀਕ ਹੈ ਜੀ। ਤੇ ਰਿਜ਼ਾਈਨ ਕਰਨ ਤੋਂ ਬਾਅਦ ਇੰਡੀਅਨਸ ਨੂੰ ਮਨਾਉਣ ਲਈ ਕਾਂਗਰਸ ਬ੍ਰਿਟਿਸ਼ਰ ਕੀ ਲੈ ਕੇ ਆ ਰਹੇ ਨੇ, ਅਗਸਤ ਆਫਰ ਲੈ ਕੇ ਆ ਰਹੇ ਨੇ, ਸਾਨੂੰ ਕੁਝ ਆਫਰ ਕੀਤਾ ਜਾ ਰਿਹਾ ਹੈ। ਤੇ ਅਗਸਤ ਆਫਰ ਤੋਂ ਬਾਅਦ ਹੀ ਆਪਾਂ ਦੇਖਾਂਗੇ ਇੰਡੀਵਿਜੂਅਲ ਸੱਤਿਆਗ੍ਰਹਿ। ਤੁਹਾਡੇ ਪੇਪਰਾਂ ਦੇ ਵਿੱਚ ਕ੍ਰੋਨੋਲੋਜੀ ਕੁਐਸਚਨ ਪੁੱਛੇ ਜਾਂਦੇ ਨੇ, ਤਾਂ ਇਸ ਨੂੰ ਕ੍ਰੋਨੋਲੋਜੀ ਨੂੰ ਯਾਦ ਰੱਖਣਾ ਆਪਾਂ। ਹੁਣ ਗਾਂਧੀ ਜੀ ਨੇ ਸਭ ਤੋਂ ਪਹਿਲਾਂ ਆਚਾर्य ਵਿਨੋਬਾ ਭਾਵੇ ਨੂੰ ਕੀ ਕੀਤਾ, ਸਿਲੈਕਟ ਕੀਤਾ ਕਿ ਇਹ ਕੀ ਕਰਨਗੇ, ਸਭ ਤੋਂ ਪਹਿਲੇ ਸੱਤਿਆਗ੍ਰਹੀ ਹੋਣਗੇ। ਆਚਾर्य ਵਿਨੋਬਾ ਭਾਵੇ, ਉਹਨਾਂ ਤੋਂ ਬਾਅਦ ਆਣਗੇ ਜਵਾਹਰ ਲਾਲ ਨਹਿਰੂ, ਤੇ ਸਭ ਤੋਂ ਲਾਸਟ ਤੀਜੇ ਨੰਬਰ ਤੇ ਯਾਦ ਰੱਖਿਓ ਬ੍ਰਹਮਦੱਤ। 3 ਨਾਮ ਨੇ, ਬਿਲਕੁਲ ਤਿੰਨਾਂ ਦੇ ਤਿੰਨਾਂ ਨੂੰ ਯਾਦ ਰੱਖਣਾ ਹੈ। ਬ੍ਰਹਮਦੱਤ, ਜਵਾਹਰ ਲਾਲ ਨਹਿਰੂ ਤੇ ਆਚਾर्य ਵਿਨੋਬਾ ਭਾਵੇ। ਇਹ ਕਿਸ ਨਾਲ ਰਿਲੇਟਡ ਨੇ, ਇਹ ਸਾਰੇ ਨੇ ਇੰਡੀਵਿਜੂਅਲ ਸੱਤਿਆਗ੍ਰਹਿ ਮੂਵਮੈਂਟ ਦੇ ਨਾਲ। ਕਲੀਅਰ। ਚਲੋ ਜੀ, ਮਤਲਬ ਕਿ ਹੁਣ ਵਾਪਸ ਤੋਂ ਜੇ ਆਪਾਂ ਕਹੀਏ ਕਿ ਪ੍ਰੈਸ਼ਰ ਕਿਹਦੇ ਉੱਪਰ ਹੈ, ਅੰਗਰੇਜ਼ਾਂ ਦੇ ਉੱਪਰ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇੰਡੀਅਨਸ ਨੂੰ ਮਨਾਓ। ਜੇ ਇੰਡੀਅਨਸ ਨੂੰ ਨਹੀਂ ਮਨਾ ਰਹੇ, ਉਹਨਾਂ ਦੀ ਸਪੋਰਟ ਸਾਡੇ ਨਾਲ ਨਹੀਂ ਹੈਗੀ, ਤਾਂ ਅਸੀਂ ਵਰਲਡ ਵਾਰ ਕਿਵੇਂ ਜਿੱਤਾਂਗੇ। ਤਾਂ ਦੇਖਦੇ ਹਾਂ ਜੀ ਆਪਾਂ ਇੱਧਰ ਨਾਲ ਦੀ ਨਾਲ ਆਪਾਂ ਦੇਖਾਂਗੇ ਵਰਲਡ ਵਾਰ 2 ਚੱਲ ਰਿਹਾ ਹੈ। ਹੁਣ ਵਰਲਡ ਵਾਰ 2 ਚ ਹੋ ਕੀ ਰਿਹਾ, ਤਾਂ ਵਰਲਡ ਵਾਰ 2 ਚ ਆਪਾਂ ਦੇਖ ਰਹੇ ਹਾਂ ਜਿਹੜਾ ਜਰਮਨ ਹੈ, ਜਰਮਨ ਲੀਡ ਕੌਣ ਕਰ ਰਿਹਾ, ਹਿਟਲਰ ਨੇ ਰਸ਼ੀਆ ਦੇ ਉੱਪਰ ਹਮਲਾ ਕਰਤਾ। ਦੂਜੇ ਪਾਸੇ ਜਾਪਾਨ ਨੇ ਅਮਰੀਕਾ ਦੇ ਉੱਪਰ ਹਮਲਾ ਕਰਤਾ, ਪਰਲ ਹਾਰਬਰ। ਮਤਲਬ ਕਿ ਵਰਲਡ ਵਾਰ 2 ਜਿਹੜਾ ਆਪਣੇ ਆਪਾਂ ਕਹਿ ਸਕਦੇ ਕਿ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਤਾਂ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਅੰਗਰੇਜ਼ਾਂ ਦੇ ਉੱਪਰ ਕਿ ਕਿਸੇ ਨਾ ਕਿਸੇ ਤਰ੍ਹਾਂ ਇੰਡੀਅਨਸ ਨੂੰ ਮਨਾਓ। ਜਦੋਂ ਕਿਸੇ ਦੇ ਆਪਾਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਕਿਉਂ ਪ੍ਰੈਸ਼ਰ ਹੈ, ਕਿਉਂਕਿ ਇੱਥੇ ਆਪਾਂ ਦੇਖਾਂਗੇ ਜਦੋਂ ਜਾਪਾਨ ਨੇ ਨਾ, ਸਿੰਪਲ ਜੀ ਗੱਲ ਹੈ, ਜਦੋਂ ਇੱਥੇ ਜਾਪਾਨ ਨੇ ਅਮਰੀਕਾ ਦੇ ਨੇਵਲ ਬੇਸ ਪਰਲ ਹਾਰਬਰ ਦੇ ਉੱਪਰ ਹਮਲਾ ਕਰਤਾ, ਉੱਥੇ ਅਮਰੀਕਾ ਦਾ ਬਹੁਤ ਜ਼ਿਆਦਾ ਕੀ ਹੋਏਗਾ, ਨੁਕਸਾਨ ਹੋਏਗਾ। ਪਹਿਲਾਂ ਤਾਂ ਅਮਰੀਕਾ ਵਰਲਡ ਵਾਰ 2 ਦੇ ਵਿੱਚ ਐਂਟਰ ਨਹੀਂ ਕੀਤਾ, ਪਰ ਜਦੋਂ ਜਾਪਾਨ ਨੇ ਪਰਲ ਹਾਰਬਰ ਦੇ ਉੱਪਰ ਹਮਲਾ ਕਰਤਾ ਤਾਂ ਅਮਰੀਕਾ ਹੁਣ ਵਰਲਡ ਵਾਰ 2 ਦੇ ਵਿੱਚ ਹੈਲਪ ਕਰਨ ਲਈ ਆ ਗਿਆ। ਹੁਣ ਅਮਰੀਕਾ ਜਦੋਂ ਹੈਲਪ ਕਰਨ ਲਈ ਆ ਗਿਆ ਤਾਂ ਉਹਨੇ ਆਪਾਂ ਕਹਿ ਸਕਦੇ ਹਾਂ ਕਿ ਬ੍ਰਿਟਿਸ਼ਰ ਅੱਗੇ ਇੱਕ ਚੀਜ਼ ਸਭ ਤੋਂ ਪਹਿਲਾਂ ਰੱਖੀ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਹੜੇ ਆ ਤੁਹਾਡੀ ਕਲੋਨੀਜ਼ ਨੇ ਇਹਨਾਂ ਨੂੰ ਖਤਮ ਕੀਤਾ ਜਾਏ। ਜੋ ਵੀ ਇੱਥੇ ਚੱਲ ਰਿਹਾ ਵੀ ਇੱਥੇ ਲੋਕਾਂ ਦੀ ਰਾਈਟਸ ਜਿਹੜੇ ਨੇ ਉਹ ਪੂਰੇ ਹੋਣ, ਇਹਨਾਂ ਦੀ ਗੱਲ ਸੁਣੀ ਜਾਏ। ਤਾਂ ਅੰਗਰੇਜ਼ਾਂ ਦੇ ਉੱਪਰ ਸਭ ਤੋਂ ਵੱਡਾ ਪ੍ਰੈਸ਼ਰ ਸੀਗਾ ਇਹ ਕਿ ਕਿਸੇ ਨਾ ਕਿਸੇ ਤਰ੍ਹਾਂ ਇੰਡੀਅਨਸ ਨੂੰ ਮਨਾਓ। ਜੇ ਇੰਡੀਅਨਸ ਕਿਹਨੂੰ ਮਨਾਉਣਾ ਤਾਂ ਕਾਂਗਰਸ ਹੈ ਜੀ ਮੇਨ, ਤਾਂ ਉਸ ਨਾਲ ਕਿਸੇ ਤਰ੍ਹਾਂ ਵੀ ਇੰਡੀਅਨਸ ਨੂੰ ਮਨਾਉਣਾ ਹੀ ਪੈਣਾ, ਉਹਨਾਂ ਦੀ ਸਪੋਰਟ ਚਾਹੀਦੀ ਹੈ, ਨਹੀਂ ਤਾਂ ਅਮਰੀਕਾ ਜਿਹੜਾ ਹੈਲਪ ਨਹੀਂ ਕਰੇਗਾ। ਤਾਂ ਆਪਾਂ ਇੱਥੇ ਦੇਖਾਂਗੇ ਅਗਸਤ ਆਫਰ ਫੇਲ ਹੋ ਚੁੱਕਿਆ, ਤਾਂ ਕਾਂਗਰਸ ਹੁਣ ਕੀ ਕਰ ਰਹੀ ਹੈ, ਸੌਰੀ ਬ੍ਰਿਟਿਸ਼ਰ ਜਿਹੜੇ ਨੇ ਅੰਗਰੇਜ਼ ਕੀ ਕਰਨਗੇ, ਤਾਂ ਅੰਗਰੇਜ਼ ਭੇਜਣਗੇ ਕ੍ਰਿਪਸ ਮਿਸ਼ਨ। ਨਾਮ ਯਾਦ ਰੱਖਿਓ ਜੀ, ਕ੍ਰਿਪਸ ਮਿਸ਼ਨ। ਕ੍ਰੋਨੋਲੋਜੀ ਚ ਨਾਮ ਯਾਦ ਰੱਖਣਾ ਹੈ, ਕ੍ਰਿਪਸ ਮਿਸ਼ਨ। ਕ੍ਰਿਪਸ ਹੋਣ ਕੌਣ ਕੇ ਜੀ, ਆਹ ਦੇਖੋ ਜੀ ਫੋਟੋ ਤੁਸੀਂ ਦੇਖ ਸਕਦੇ ਹੋ, ਸਰ ਸਟੈਫਰਡ ਕ੍ਰਿਪਸ। ਸਰ ਸਟੈਫਰਡ ਕ੍ਰਿਪਸ ਕੌਣ ਹੋਣਗੇ, ਬ੍ਰਿਟਿਸ਼ ਕੈਬਨਿਟ ਦੇ ਮੈਂਬਰ ਨੇ। ਇਹਨਾਂ ਨੂੰ ਭੇਜਿਆ ਜਾਏਗਾ ਇੰਡੀਆ ਦੇ ਵਿੱਚ ਕਿ ਤੁਸੀਂ ਜਾਓ ਇੰਡੀਅਨਸ ਲੀਡਰ ਦੇ ਨਾਲ ਨੈਗੋਸ਼ੀਏਟ ਕਰੋ, ਉਹਨਾਂ ਨਾਲ ਗੱਲਬਾਤ ਕਰਕੇ ਇੰਡੀਅਨਸ ਦੀ ਸਪੋਰਟ ਲੈ ਕੇ ਆਓ ਸਾਡੇ ਲਈ। ਤਾਂ ਇੱਥੇ ਆਪਾਂ ਦੇਖਾਂਗੇ ਸਰ ਸਟੈਫਰਡ ਕ੍ਰਿਪਸ ਜਿਹੜੇ ਨੇ, ਜਿਹਨੂੰ ਆਪਾਂ ਕ੍ਰਿਪਸ ਮਿਸ਼ਨ ਕਵਾਂਗੇ, ਉਹ ਇੰਡੀਆ ਆਣਗੇ, ਇੰਡੀਅਨਸ ਦੇ ਲੀਡਰਸ ਨਾਲ ਗੱਲਬਾਤ ਕਰਨਗੇ। ਤਾਂ ਆਪਣੇ ਲਈ ਇੰਪੋਰਟੈਂਟ ਕੀ ਹੈ ਕਿ ਸਾਡੇ ਲਈ ਪ੍ਰਪੋਜ਼ਲ ਕੀ ਆਇਆ, ਸਰ ਸਟੈਫਰਡ ਕ੍ਰਿਪਸ ਸਾਡੇ ਲਈ ਲੈ ਕੇ ਕੀ ਆਏ, ਕਿ ਸਾਨੂੰ ਆਜ਼ਾਦੀ ਦੇਣ ਲਈ ਆਏ। ਦੇਖਦੇ ਹਾਂ ਜੀ। ਦੇਖੋ ਜੀ, ਸਭ ਤੋਂ ਪਹਿਲਾਂ ਜੇ ਗੱਲ ਕਰਾਂਗੇ ਸਰ ਸਟੈਫਰਡ ਕ੍ਰਿਪਸ ਦੀ, ਇਹ ਕਹਿਣਗੇ ਕਿ ਦੇਖੋ ਇੰਡੀਆ ਨੂੰ ਅਸੀਂ ਦੇਵਾਂਗੇ ਡੋਮੀਨੀਅਨ ਸਟੇਟਸ। ਇੱਥੇ ਹੀ ਆਪਾਂ ਨੂੰ ਦੇਖ ਜਾਣਾ ਚਾਹੀਦਾ ਹੈ ਕਿ ਡੋਮੀਨੀਅਨ ਸਟੇਟਸ ਕਾਂਗਰਸ ਨਹੀਂ ਚਾਹੁੰਦੀ। ਹੁਣ ਕਾਂਗਰਸ ਨੇ ਤਾਂ 1929 ਲਾਹੌਰ ਸੈਸ਼ਨ ਤੋਂ ਬਾਅਦ ਕਦੀ ਨਹੀਂ ਕਿਹਾ ਕਿ ਸਾਨੂੰ ਡੋਮੀਨੀਅਨ ਸਟੇਟਸ ਚਾਹੀਦਾ ਹੈ। ਹੁਣ ਤਾਂ ਕਾਂਗਰਸ ਕਹਿੰਦੀ ਹੈ ਪੂਰਨ ਸਵਰਾਜ ਦਿਓ ਜੀ, ਕੰਪਲੀਟ ਇੰਡੀਪੈਂਡੈਂਸ। ਕਲੀਅਰ। ਚਲੋ ਜੀ, ਅੱਗੇ ਗੱਲ ਕਰਾਂਗੇ। ਇੱਥੇ ਹੀ ਆਪਾਂ ਨੂੰ ਦਿਖ ਰਿਹਾ ਕਿ ਸਟੈਫਰਡ ਕ੍ਰਿਪਸ ਜਿਹੜੇ ਨੇ, ਇਹਨਾਂ ਦਾ ਕ੍ਰਿਪਸ ਮਿਸ਼ਨ ਫੇਲ ਹੋਣਾ, ਕਿਉਂਕਿ ਇਹ ਕੀ ਦੇ ਰਹੇ ਨੇ, ਇਹ ਦੇ ਰਹੇ ਨੇ ਜੇ ਗੱਲ ਕਰੀਏ ਡੋਮੀਨੀਅਨ ਸਟੇਟਸ, ਇਹ ਤਾਂ ਮੰਗਦੇ ਹੀ ਨਹੀਂ ਅਸੀਂ। ਉਸ ਤੋਂ ਬਾਅਦ ਜੇ ਗੱਲ ਕਰਾਂਗੇ, ਕਹਿਣਗੇ ਕਿ ਇੰਡੀਆ ਨੂੰ ਫ੍ਰੀ ਹੋਏਗਾ, ਇੰਡੀਆ ਨੂੰ ਡਿਸਾਈਡ ਕਰਨਾ ਕਿ ਉਹਨੇ ਕਾਮਨਵੈਲਥ 'ਚ ਰਹਿਣਾ ਹੈ ਜਾਂ ਨਹੀਂ ਰਹਿਣਾ। ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਇਹ ਕਹਿਣਗੇ ਜੀ ਲੜਾਈ ਤੋਂ ਬਾਅਦ ਆਫਟਰ ਵਾਰ ਇੰਡੀਆ ਦੀ ਇੱਕ ਕਨਸਟੀਟਿਊਐਂਟ ਅਸੈਂਬਲੀ ਬਣਾਈ ਜਾਏਗੀ ਤੇ ਇੰਡੀਆ ਦਾ ਇੱਕ ਨਵਾਂ ਕਨਸਟੀਟਿਊਸ਼ਨ ਲਿਖਿਆ ਜਾਏਗਾ। ਕਦੋਂ? ਆਫਟਰ ਵਾਰ। ਟਾਈਮ ਕਿਹੜਾ ਚੱਲ ਰਿਹਾ? 1942 ਦਾ ਟਾਈਮ ਚੱਲਦਾ ਹੈ। ਕਦੋਂ ਵਾਰ ਖਤਮ ਹੋਏਗੀ ਕਿਸੇ ਨੂੰ ਨਹੀਂ ਪਤਾ। ਹਿਟਲਰ ਜਿਹੜਾ ਹੈ ਪੂਰੇ ਆਪਾਂ ਜੋਰਾ ਸ਼ੋਰਾ ਨਾਲ ਕਹਿ ਸਕਦੇ ਕਿ ਲੜ ਰਿਹਾ ਹੈ। ਨੈਕਸਟ ਪ੍ਰਪੋਜ਼ਲ ਦੀ ਜੇ ਆਪਾਂ ਗੱਲ ਕਰਾਂਗੇ ਤਾਂ ਇਹ ਕਹਿਣਗੇ ਕਿ ਜਦੋਂ ਤੱਕ ਵਰਲਡ ਵਾਰ ਚੱਲ ਰਹੀ ਹੈ ਉਨੀ ਦੇਰ ਤੱਕ ਜਿਨ੍ਹਾਂ ਬ੍ਰਿਟਿਸ਼ਰਸ ਦੇ ਗਵਰਨਰ ਜਨਰਲ ਨੇ ਇੰਡੀਆ 'ਚ ਉਹਨਾਂ ਦੀ ਪਾਵਰ ਤੇ ਬ੍ਰਿਟਿਸ਼ ਗਵਰਨਮੈਂਟ ਦੀ ਪਾਵਰ ਜਿਹੜੀ ਹੈ ਉਨੀ ਹੀ ਰਹੇਗੀ, ਅਸੀਂ ਨਹੀਂ ਘਟਾ ਰਹੇ। ਇੰਡੀਅਨਸ ਕੀ ਡਿਮਾਂਡ ਕਰ ਰਹੇ ਨੇ? ਇਮੀਡੀਏਟ ਸਾਨੂੰ ਪਾਵਰ ਦੇ ਦਿਓ, ਅਸੀਂ ਤੁਹਾਡੀ ਸਪੋਰਟ ਕਰ ਦਾਂਗੇ। ਪਰ ਇਹ ਕਹਿ ਰਹੇ ਨੇ ਨਹੀਂ, ਜਦ ਤੱਕ ਲੜਾਈ ਚੱਲਦੀ ਹੈ ਉਨੀ ਦੇਰ ਤੱਕ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਦੇ ਰਹੇ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰਾਂਗੇ, ਪਿੱਛੇ ਇਹਨਾਂ ਨੇ ਜਿਹੜੀ ਗੱਲ ਕੀਤੀ ਸੀ ਕਿ ਇੱਕ ਕਨਸਟੀਟਿਊਐਂਟ ਅਸੈਂਬਲੀ ਬਣਾਈ ਜਾਏਗੀ, ਤਾਂ ਇਹ ਕਹਿਣਗੇ ਕਿ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਬਣੇਗੀ ਤਾਂ ਇਹ ਅੱਧੀ ਇਲੈਕਟਿਡ ਹੋਏਗੀ, ਅੱਧੀ ਇਹ ਕੀ ਹੋਏਗੀ ਆਪਾਂ ਕਵਾਂਗੇ ਨੋਮੀਨੇਟਿਡ। ਨੋਮੀਨੇਟਿਡ ਕਿੱਥੋਂ ਹੋਏਗੀ? ਜਿਹੜੇ ਆਪਣੇ ਪ੍ਰਿੰਸਲੀ ਸਟੇਟਸ ਹੋਣਗੀਆਂ। ਇਲੈਕਟਿਡ ਕਿੱਥੋਂ ਹੋਏਗੀ? ਜਿਹੜਾ ਏਰੀਆ, ਜਿਹੜੀ ਪ੍ਰੋਵਿੰਸਿਸ ਕਿੰਨਾ ਕੋਲ ਨੇ ਬ੍ਰਿਟਿਸ਼ਰਸ ਦੇ ਅੰਡਰ ਨੇ।
ਤਾਂ ਯਾਦ ਰੱਖਿਓ ਇੱਥੇ ਕੁਐਸਚਨ ਕਈ ਵਾਰ ਆਉਂਦਾ ਹੈ ਕਿ ਕ੍ਰਿਪਸ ਮਿਸ਼ਨ ਨੇ ਜਿਹੜੀ ਅਸੈਂਬਲੀ ਦੀ ਗੱਲ ਕੀਤੀ ਸੀ ਕਨਸਟੀਟਿਊਐਂਟ ਅਸੈਂਬਲੀ ਦੀ, ਉਹ ਟੋਟਲੀ ਇਲੈਕਟਿਡ ਸੀ, ਟੋਟਲੀ ਨੋਮੀਨੇਟਿਡ ਸੀ? ਨਹੀਂ, ਉਹ ਪਾਰਟਲੀ ਇਲੈਕਟਿਡ ਸੀ ਤੇ ਪਾਰਸ਼ਲੀ ਨੋਮੀਨੇਟਿਡ ਸੀ। ਕਲੀਅਰ? ਚਲੋ ਜੀ ਨੈਕਸਟ ਆਪਾਂ ਦੇਖਦੇ ਹਾਂ ਕਿ ਇੱਥੇ ਕਿਤੇ ਨਾ ਕਿਤੇ ਸਾਨੂੰ ਦੇਖਣ ਨੂੰ ਕੀ ਮਿਲੇਗਾ ਕਿ ਕ੍ਰਿਪਸ ਮਿਸ਼ਨ ਜਿਹੜਾ ਹੈ ਇਹ ਸਾਰੀਆਂ ਗੱਲਾਂ ਕੀ ਕਰ ਰਿਹਾ ਕਿ ਵਾਰ ਤੋਂ ਖਤਮ ਹੋਣ ਤੋਂ ਬਾਅਦ, ਵਰਲਡ ਵਾਰ ਜਦੋਂ ਖਤਮ ਹੋ ਜਾਏਗੀ ਉਸ ਤੋਂ ਬਾਅਦ ਕੀ ਦੇਣਾ ਇੰਡੀਅਨਸ ਨੂੰ ਉਹ। ਤੇ ਇੱਥੇ ਤਾਂ ਅਜੇ ਇਹੀ ਨਹੀਂ ਸੀ ਦਿਖ ਰਿਹਾ ਕਿ ਬ੍ਰਿਟਿਸ਼ਰ ਜਿੱਤਣਗੇ ਵਾਰ ਜਾਂ ਹਾਰਨਗੇ। ਤਾਂ ਇੱਥੇ ਆਪਾਂ ਦੇਖਾਂਗੇ ਗਾਂਧੀ ਜੀ ਜਿਹੜੇ ਨੇ ਕ੍ਰਿਪਸ ਮਿਸ਼ਨ ਨੂੰ ਕਹਿਣਗੇ ਕਿ ਇਟ ਇਜ਼ ਅ ਪੋਸਟ ਡੇਟਡ ਚੈੱਕ। ਗਾਂਧੀ ਜੀ ਕਹਿਣਗੇ ਇਹ ਤਾਂ ਸਾਨੂੰ ਉਹ ਵਾਲਾ ਚੈੱਕ ਦੇ ਰਹੇ ਨੇ ਜਿਹਦੀ ਡੇਟ ਅਜੇ ਬਹੁਤ ਅੱਗੇ ਹੈ ਤੇ ਉਸ ਤੋਂ ਬਾਅਦ ਜਿਹੜਾ ਬੈਂਕ ਹੈ ਇਹ ਡੁੱਬ ਰਿਹਾ। ਇਹਦਾ ਡੁੱਬਦਾ ਹੋਇਆ ਬੈਂਕ ਦਾ ਸਾਨੂੰ ਚੈੱਕ ਦੇਤਾ ਕਿ ਇਹ ਪਤਾ ਨਹੀਂ ਕਦੋਂ ਤੁਹਾਡਾ ਕੈਸ਼ ਹੋਣਾ, ਸਾਨੂੰ ਨਹੀਂ ਪਤਾ। ਉਹ ਤਾਂ ਕਿ ਬੈਂਕ ਬਚੇ ਜਾਂ ਨਾ ਬਚੇ, ਮਤਲਬ ਕਹਿਣ ਦੀ ਗੱਲ ਸੀ ਕਿ ਗਾਂਧੀ ਜੀ ਕਹਿ ਰਹੇ ਨੇ ਕਿ ਅੰਗਰੇਜ਼ ਸਾਨੂੰ ਕਹਿ ਰਹੇ ਨੇ ਕਿ ਤੁਹਾਨੂੰ ਦੇ ਦਾਂਗੇ ਅੱਗੇ ਜਾ ਕੇ ਕੋਈ ਪੈਸੇ ਦੇ ਦਾਂਗੇ, ਪਰ ਅਜੇ ਇਹੀ ਨਹੀਂ ਪਤਾ ਕਿ ਇਹਨਾਂ ਨੇ ਆਪ ਬਚਣਾ ਜਾਂ ਨਹੀਂ, ਕਿਉਂਕਿ ਇਹ ਤਾਂ ਹਾਰ ਰਹੇ ਸੀ ਅਜੇ। ਤਾਂ ਆਪਾਂ ਇੱਥੇ ਦੇਖਾਂਗੇ ਜਿਹੜਾ ਕ੍ਰਿਪਸ ਮਿਸ਼ਨ ਹੈ ਇਹ ਵੀ ਕੀ ਹੋ ਜਾਏਗਾ, ਫੇਲ ਹੋ ਜਾਏਗਾ। ਕਾਂਗਰਸ ਇਹਨੂੰ ਵੀ ਰਿਜੈਕਟ ਕਰ ਦੇਗੀ। ਕਲੀਅਰ? ਅਗਸਤ ਆਫਰ ਕਾਂਗਰਸ ਨੇ ਰਿਜੈਕਟ ਕਰਤਾ ਤਾਂ ਉਹਦੇ ਅਗੇਂਸਟ ਇੰਡੀਵਿਜੂਅਲ ਸੱਤਿਆਗ੍ਰਹਿ ਹੋਇਆ ਸੀ। ਇੱਥੇ ਕ੍ਰਿਪਸ ਮਿਸ਼ਨ ਦੀ ਗੱਲ ਕਰਾਂਗੇ, ਇੱਥੇ ਵੀ ਅੰਗਰੇਜ਼ਾਂ ਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਕਿ ਇੰਡੀਅਨਸ ਮੰਗ ਕੀ ਰਹੇ ਨੇ। ਇੰਡੀਅਨਸ ਕਹਿ ਰਹੇ ਨੇ ਇਮੀਡੀਏਟ ਪਾਵਰ ਦੇ ਦਿਓ ਸਾਨੂੰ ਹੁਣੇ ਟ੍ਰਾਂਸਫਰ ਆਫ ਪਾਵਰ ਚਾਹੀਦੀ ਹੈ, ਤੁਸੀਂ ਵਰਲਡ ਵਾਰ ਖਤਮ ਹੋਣ ਦੀ ਗੱਲਾਂ ਨਾ ਕਰੋ, ਸਾਨੂੰ ਹੁਣੇ ਕੁਝ ਪਾਵਰ ਜਿਹੜੀ ਹੈ ਸਾਡੇ ਹੱਥਾਂ 'ਚ ਹੋਣੀ ਚਾਹੀਦੀ ਹੈ। ਤੇ ਕ੍ਰਿਪਸ ਮਿਸ਼ਨ ਵੀ ਉਹ ਦੇਣ 'ਚ ਫੇਲ ਹੋ ਗਿਆ। ਤਾਂ ਆਪਾਂ ਇੱਥੇ ਦੇਖਾਂਗੇ ਗਾਂਧੀ ਜੀ ਕਹਿਣਗੇ ਜੀ ਬਹੁਤ ਹੋਇਆ, ਹੁਣ ਇਹਨਾਂ ਨਾਲ ਜਿੰਨਾ ਆਪਾਂ ਕਰਨਾ ਸੀ ਕਰ ਚੁੱਕੇ ਹਾਂ, ਹੁਣ ਇੱਕ ਸ਼ੁਰੂ ਕਰਦੇ ਹਾਂ ਮੂਵਮੈਂਟ ਵੱਡੀ, ਤਾਂ ਹੀ ਅੰਗਰੇਜ਼ਾਂ ਨੂੰ ਪਤਾ ਚੱਲੇਗਾ ਕਿ ਪਾਵਰ ਸਾਨੂੰ ਦੇਣੀ ਹੈ ਜਾਂ ਕਿਉਂ ਨਹੀਂ ਦੇਣੀ। ਤੇ ਆਪਾਂ ਦੇਖਾਂਗੇ ਇੱਥੇ ਮੂਵਮੈਂਟ ਸ਼ੁਰੂ ਹੋਏਗੀ ਕੁਇਟ ਇੰਡੀਆ ਮੂਵਮੈਂਟ। ਤਾਂ ਯਾਦ ਰੱਖ ਲਿਓ ਈਅਰ 1942 ਦੇ ਵਿੱਚ ਸ਼ੁਰੂ ਹੋਏਗੀ ਮੂਵਮੈਂਟ, ਕੁਇਟ ਇੰਡੀਆ ਮੂਵਮੈਂਟ। ਠੀਕ ਹੈ ਜੀ। ਹੁਣ ਇਹ ਮੂਵਮੈਂਟ ਦੀ ਜੇ ਗੱਲ ਕਰਾਂਗੇ ਕਿਉਂ ਹੋ ਰਹੀ ਹੈ, ਤਾਂ ਆਪਾਂ ਇੱਥੇ ਦੇਖ ਰਹੇ ਹਾਂ ਫੇਲਿਅਰ ਆਫ ਕ੍ਰਿਪਸ ਮਿਸ਼ਨ। ਕ੍ਰਿਪਸ ਮਿਸ਼ਨ ਜਿਹੜਾ ਫੇਲ ਹੋ ਗਿਆ, ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਦੇ ਪਾਏ, ਕ੍ਰਿਪਸ ਮਿਸ਼ਨ ਫੇਲ ਹੋ ਗਿਆ। ਉਸ ਤੋਂ ਇਲਾਵਾ ਜਾਪਾਨ ਜਿਹੜਾ ਕਾਫੀ ਜ਼ਿਆਦਾ ਜਲਦੀ ਹਰਾ ਰਿਹਾ ਬ੍ਰਿਟੇਨ ਨੂੰ। ਜਿੰਨਾ ਆਪਣਾ ਸਾਊਥ ਈਸਟ ਏਸ਼ੀਆ ਉਹ ਏਰੀਆ ਦੇ ਵਿੱਚ ਜਾਪਾਨ ਜਿਹੜਾ ਬਹੁਤ ਜਲਦੀ ਹਰਾਂਦਾ ਆ ਰਿਹਾ। ਤਾਂ ਜਿਹੜੇ ਬ੍ਰਿਟਿਸ਼ਰਸ ਨੇ ਇਹ ਹਾਰ ਰਹੇ ਨੇ, ਇਹ ਉਧਰੋਂ ਵੀ ਹਾਰ ਰਹੇ ਨੇ ਹਿਟਲਰ ਤੋਂ, ਇਧਰੋਂ ਜਾਪਾਨ ਤੋਂ ਵੀ ਹਾਰ ਰਹੇ ਨੇ। ਤਾਂ ਕਿਤੇ ਨਾ ਕਿਤੇ ਇੰਡੀਆ ਨੂੰ ਇਹ ਡਰ ਸੀ ਕਿ ਇੱਥੇ ਵੀ ਜਾਪਾਨ ਜਿਹੜਾ ਇਨਵੇਡ ਨਾ ਕਰ ਦੇ, ਕਿਉਂਕਿ ਅਸੀਂ ਜੇ ਅੰਗਰੇਜ਼ਾਂ ਦੇ ਥੱਲੇ ਆ ਤਾਂ ਜਾਪਾਨ ਨੇ ਕੀ ਕਰਨਾ, ਇਸ ਤੇ ਵੀ ਹਮਲਾ ਕਰਨਾ ਇੰਡੀਆ ਤੇ। ਤਾਂ ਅਸੀਂ ਕੀ ਚਾਹੁੰਦੇ ਹਾਂ ਕਿ ਅੰਗਰੇਜ਼ਾਂ ਨੂੰ ਜਲਦੀ ਤੋਂ ਜਲਦੀ ਇੱਥੋਂ ਦੀ ਕੱਢਿਆ ਜਾਏ ਤਾਂ ਕਿ ਅਸੀਂ ਜਾਪਾਨ ਦੀ ਇਨਵੇਜਨ ਤੋਂ ਬਚੀਏ। ਤਾਂ ਇੱਥੇ ਗਾਂਧੀ ਜੀ ਕੀ ਕਹਿਣਗੇ, ਗਾਂਧੀ ਜੀ ਕਹਿਣਗੇ ਜੀ ਸ਼ੁਰੂ ਕਰਦੇ ਹਾਂ ਆਪਾਂ ਮੂਵਮੈਂਟ ਜਿਹਦਾ ਨਾਮ ਹੈ ਭਾਰਤ ਛੱਡੋ ਅੰਦੋਲਨ ਜਾਂ ਫਿਰ ਕੁਇਟ ਇੰਡੀਆ ਮੂਵਮੈਂਟ। ਹੁਣ ਨਾਮ ਕੀ ਯਾਦ ਰੱਖਣੇ ਨੇ, ਦੇਖੋ ਜੀ ਸਭ ਤੋਂ ਪਹਿਲਾਂ ਕਾਂਗਰਸ ਦੀ ਮੀਟਿੰਗ ਹੋਏਗੀ ਕਿੱਥੇ, ਵਰਦਾ 'ਚ ਹੋਏਗੀ ਮੀਟਿੰਗ। ਠੀਕ ਹੈ ਜੀ, ਵਰਦਾ 'ਚ ਮੀਟਿੰਗ ਹੋਏਗੀ ਜਿਹਦੇ ਵਿੱਚ ਕੰਪਲੀਟ ਇੰਡੀਪੈਂਡੈਂਸ, ਕਿ ਅੰਗਰੇਜ਼ਾਂ ਤੋਂ ਕੰਪਲੀਟ ਇੰਡੀਪੈਂਡੈਂਸ ਚਾਹੀਦੀ ਹੈ ਸਾਨੂੰ, ਉਸ ਦੀ ਡਿਮਾਂਡ ਰੱਖੀ ਜਾਏਗੀ। ਉਸ ਦੀ ਡਿਮਾਂਡ ਰੱਖੀ ਜਾਏਗੀ ਕਿੱਥੇ, 1942 ਦੇ ਵਿੱਚ ਵਰਦਾ ਕਮੇਟੀ 'ਚ ਪਲਾਨ ਹੋਏਗਾ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੀ ਮੀਟਿੰਗ ਹੋਏਗੀ, ਕਿਹੜੀ ਜਗ੍ਹਾ ਤੇ ਮੀਟਿੰਗ ਹੋਏਗੀ, ਮੋਸਟ ਇੰਪੋਰਟੈਂਟ ਨਾਮ ਯਾਦ ਰੱਖਣਾ ਹੈ, ਗਵਾਲੀਅਰ ਟੈਂਕ ਮੈਦਾਨ। ਗਵਾਲੀਅਰ ਟੈਂਕ ਮੈਦਾਨ ਕਿੱਥੇ ਮਿਲੇਗਾ ਜੀ, ਬੰਬੇ ਦੇ ਵਿੱਚ ਮਿਲੇਗਾ ਤੁਹਾਨੂੰ ਗਵਾਲੀਅਰ ਟੈਂਕ ਮੈਦਾਨ। ਉੱਥੇ ਕਾਂਗਰਸ ਦੀ ਮੀਟਿੰਗ ਹੋਏਗੀ ਤੇ ਇਸ ਮੀਟਿੰਗ ਦੇ ਵਿੱਚ ਕਿਹਾ ਜਾਏਗਾ ਕਿ ਅੰਗਰੇਜ਼ਾਂ ਨੂੰ ਜਲਦੀ ਤੋਂ ਜਲਦੀ ਇੰਡੀਆ ਤੋਂ ਬਾਹਰ ਕੱਢਿਆ ਜਾਵੇ। ਤੇ ਗਾਂਧੀ ਜੀ ਇੱਥੇ, ਹੁਣ ਵੈਸੇ ਆਪਾਂ ਕਹਿੰਦੇ ਗਾਂਧੀ ਜੀ ਜਿਹੜੇ ਨੇ ਅਹਿੰਸਾ ਦਾ ਸਾਥ ਦੇਣਗੇ। ਠੀਕ ਹੈ ਜੀ, ਵੀ ਗਾਂਧੀ ਜੀ ਜ਼ਿਆਦਾ ਲੜਾਈ ਝਗੜੇ ਦੀ ਗੱਲ ਨਹੀਂ ਕਰਦੇ, ਪਰ ਪਹਿਲੀ ਵਾਰ ਗਾਂਧੀ ਜੀ ਕਹਿ ਰਹੇ ਨੇ ਡੂ ਔਰ ਡਾਈ। ਗਾਂਧੀ ਜੀ ਕਹਿਣਗੇ ਕਰੋ ਜਾਂ ਮਰੋ, ਵੀ ਹੁਣ ਜੇ ਕਿਸੇ ਨੇ ਨਾ ਕੁਝ ਕੀਤਾ ਤਾਂ ਕੋਈ ਫਾਇਦਾ ਨਹੀਂ, ਇਹ ਅੰਗਰੇਜ਼ਾਂ ਨੇ ਤਾਂ ਹੁਣ ਮੰਨਣਾ ਹੀ ਨਹੀਂ, ਆਪਾਂ ਇੱਕ ਵੱਡੀ ਮੂਵਮੈਂਟ ਚਲਾਵਾਂਗੇ। ਤੇ ਗਾਂਧੀ ਜੀ ਨੇ ਸਲੋਗਨ ਦਿੱਤਾ ਡੂ ਔਰ ਡਾਈ। ਕੁਐਸਚਨ ਪੁੱਛਿਆ ਗਿਆ, ਬਿਲਕੁਲ ਪੁੱਛਿਆ ਗਿਆ ਕਿ ਗਾਂਧੀ ਜੀ ਨੇ ਕਿਹੜੀ ਮੂਵਮੈਂਟ ਦੇ ਵਿੱਚ ਕਿਹਾ ਸੀ ਡੂ ਔਰ ਡਾਈ, ਤਾਂ ਆਨਸਰ ਇਹਦਾ ਬਣਦਾ ਕੁਇਟ ਇੰਡੀਆ ਮੂਵਮੈਂਟ ਜਾਂ ਫਿਰ ਭਾਰਤ ਛੱਡੋ ਅੰਦੋਲਨ। ਠੀਕ ਹੈ ਜੀ। ਚਲੋ ਜੀ ਅੱਗੇ ਦੇਖਦੇ ਹਾਂ। ਹੁਣ ਗਾਂਧੀ ਜੀ ਇੱਕ ਵੱਡੀ ਮੂਵਮੈਂਟ ਲਾਂਚ ਕਰ ਰਹੇ ਨੇ, ਦੂਜੇ ਪਾਸੇ ਵਰਲਡ ਵਾਰ ਚੱਲ ਰਹੀ ਹੈ, ਅੰਗਰੇਜ਼ ਹਾਰ ਰਹੇ ਨੇ, ਇਧਰੋਂ ਦੀ ਜਾਪਾਨ ਆ ਰਿਹਾ, ਉਧਰੋਂ ਦੀ ਆਪਾਂ ਕਹਿ ਸਕਦੇ ਹਾਂ ਕਿ ਅੰਗਰੇਜ਼ ਹਾਰ ਰਹੇ ਨੇ। ਤਾਂ ਅੰਗਰੇਜ਼ ਕੀ ਚਾਹਣਗੇ ਕਿ ਇੰਡੀਆ ਦੇ ਵਿੱਚ ਇੱਕ ਵੱਡੀ ਮੂਵਮੈਂਟ ਸ਼ੁਰੂ ਹੋ ਜਾਏ ਜਾਂ ਨਾ ਹੋਵੇ। ਸੋਚ ਕੇ ਦੇਖੋ, ਤੁਸੀਂ ਅੰਗਰੇਜ਼ ਹੋ, ਤੁਸੀਂ ਕੀ ਕਰੋਗੇ? ਤੁਸੀਂ ਬੋਲੋਗੇ ਕਿ ਇਸ ਤਾਂ ਦੋ ਪਾਸੇ ਤਾਂ ਪਹਿਲੇ ਲੜਦੇ ਆ, ਤੁਹਾਡੇ ਨਾਲ ਤੀਜੇ ਪਾਸੇ ਕਿਵੇਂ ਲੜਾਂਗੇ? ਤਾਂ ਕਿਤੇ ਨਾ ਕਿਤੇ ਅੰਗਰੇਜ਼ ਜਿਹੜੇ ਨੇ ਉਹ ਕਾਫੀ ਜ਼ਿਆਦਾ ਹਾਰ ਛਾਣਗੇ ਸਾਡੇ ਤੇ। ਠੀਕ ਹੈ ਜੀ। ਆਪਾਂ ਦੇਖਾਂਗੇ ਕਿ ਜਿੰਨੇ ਵੀ ਟੌਪ ਲੀਡਰਸ਼ਿਪ ਹੈ ਕਾਂਗਰਸ ਦੀ, ਮਹਾਤਮਾ ਗਾਂਧੀ ਤੋਂ ਲੈ ਕੇ ਜਵਾਹਰ ਲਾਲ ਨਹਿਰੂ, ਸਾਰਿਆਂ ਨੂੰ ਰਾਤ ਤੋਂ ਰਾਤ ਹੀ ਚੱਕ ਲਿੱਤਾ ਜਾਏਗਾ, ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਪਾ ਦਿੱਤਾ ਜਾਏਗਾ। ਮੂਵਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਾਂ ਦੇਖਾਂਗੇ ਗਾਂਧੀ ਜੀ ਨੂੰ ਜਿਵੇਂ ਆਗਾ ਖਾਨ ਪੈਲੇਸ ਦੇ ਵਿੱਚ ਕੀ ਕਰ ਦਿੱਤਾ ਗਿਆ, ਰੱਖ ਲਿੱਤਾ ਗਿਆ, ਜੇਲ੍ਹ ਕਰ ਦਿੱਤੀ ਗਈ। ਉਹਨਾਂ ਤੋਂ ਇਲਾਵਾ ਜਵਾਹਰ ਲਾਲ ਨਹਿਰੂ ਜਾਂ ਜਿੰਨੇ ਵੀ ਆਪਾਂ ਕਹਿ ਸਕਦੇ ਹਾਂ ਮੇਨ ਲੀਡਰ ਸੀ, ਸਾਰੇ ਜਿੰਨੇ ਵੀ ਆਪਾਂ ਕਹਿ ਸਕਦੇ ਹਾਂ ਪ੍ਰਾਇਮਰੀ ਲੀਡਰਸ਼ਿਪ ਸੀ ਕਾਂਗਰਸ ਦੀ, ਉਹ ਸਾਰੀ ਕੀ ਕਰ ਲਿੱਤੀ ਗਈ, ਚੱਕ ਲਿੱਤੀ ਗਈ, ਅਰੈਸਟ ਕਰ ਲਿੱਤੀ ਗਈ। ਕਲੀਅਰ। ਪਰ ਇਸ ਦਾ ਕੀ ਮਤਲਬ ਹੋਇਆ? ਇਸ ਦਾ ਇਹ ਮਤਲਬ ਹੋ ਗਿਆ ਕਿ ਜੇ ਸਾਰੀ ਟੌਪ ਲੀਡਰਸ਼ਿਪ ਚੱਕੀ ਗਈ ਤਾਂ ਆਪਾਂ ਕਹਿ ਸਕਦੇ ਹਾਂ ਕਿ ਮੂਵਮੈਂਟ ਖਤਮ? ਨਹੀਂ, ਇਹੀ ਤਾਂ ਗਾਂਧੀ ਜੀ ਚਾਹੁੰਦੇ ਨੇ। ਗਾਂਧੀ ਜੀ ਨੇ ਕਿਉਂ ਮੂਵਮੈਂਟ ਜਿਹੜੀਆਂ ਸੀ ਅੱਗੇ ਜਿਹੜੇ ਆਪਾਂ ਪੜ੍ਹੇ ਸੀਗੇ ਪ੍ਰੋ ਚੇਂਜਰ ਨੋ ਚੇਂਜਰ, ਹੁਣ ਉਹ ਨੋ ਚੇਂਜਰ ਪ੍ਰੋ ਚੇਂਜਰਸ ਤਾਂ ਚਲੇ ਗਏ ਕਿੱਥੇ, ਅਸੈਂਬਲੀਆਂ ਚਲੇ ਗਏ। ਗਾਂਧੀ ਜੀ ਨੇ ਨੋ ਚੇਂਜਰਸ ਨੂੰ ਕੀ ਕਿਹਾ ਹੋਇਆ ਸੀ ਕਿ ਨੀਚੇ ਲੋਕਾਂ ਨੂੰ
ਲੋਕਾਂ ਨੂੰ ਅਵੇਅਰ ਕਰੋ ਵੀ ਜੇ ਅਸੀਂ ਨਾ ਹੋਈਏ ਤਾਂ ਤੁਸੀਂ ਮੂਵਮੈਂਟ ਕਿਵੇਂ ਚਲਾਣੀ ਹੈ। ਜੇ ਪ੍ਰਾਇਮਰੀ ਲੀਡਰਸ਼ਿਪ ਅਰੈਸਟ ਹੋ ਜਾਏ ਤਾਂ ਸੈਕੰਡਰੀ ਲੀਡਰਸ਼ਿਪ ਹੋਣੀ ਚਾਹੀਦੀ ਹੈ। ਜ਼ਰੂਰੀ ਨਹੀਂ ਵੀ ਕੁਝ ਉੱਪਰਲੇ ਗਿਣੇ ਚੁਣੇ ਹੀ ਲੀਡਰਸ ਨੇ ਜਿਹੜੀ ਮੂਵਮੈਂਟ ਨੂੰ ਲੀਡ ਕਰਨਗੇ, ਨਹੀਂ, ਨੀਚੇ ਵੀ ਲੀਡਰਸ ਬਣਾਏ ਜਾਣਗੇ। ਤਾਂ ਆਪਾਂ ਇੱਥੇ ਦੇਖਾਂਗੇ ਜੇ ਉੱਪਰਲੇ ਲੀਡਰਸ ਜਿਹੜੇ ਨੇ ਗਿਣੇ ਚੁਣੇ ਜੇ ਉਹਨਾਂ ਨੂੰ ਸਰਕਾਰ ਨੇ ਅਰੈਸਟ ਕਰ ਲਿਆ ਤਾਂ ਇੱਥੇ ਇੱਕ ਨਵੀਂ ਲੀਡਰਸ਼ਿਪ ਜਿਹੜੀ ਹੈ ਉੱਭਰ ਕੇ ਆਏਗੀ। ਤਾਂ ਉਹਨਾਂ ਦੇ ਨਾਮ ਯਾਦ ਰੱਖਣੇ ਨੇ ਆਪਾਂ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ, ਕਿਉਂਕਿ ਮੇਨ ਲੀਡਰਸ਼ਿਪ ਜਿਹੜੀ ਹੈ ਉਹ ਸਾਰੀ ਕਿੱਥੇ ਬੈਠੀ ਹੈ, ਜੇਲ੍ਹ 'ਚ ਬੈਠੀ ਹੈ। ਤਾਂ ਇੱਥੇ ਆਪਾਂ ਨੂੰ ਦੇਖਣ ਨੂੰ ਕੀ ਮਿਲੇਗਾ ਕਿ ਜਿਹੜੀ ਨੀਚੇ ਵਾਲੀ ਲੀਡਰਸ਼ਿਪ ਨੇ, ਛੋਟੇ ਲੀਡਰ ਸੀਗੇ, ਉਹ ਉੱਭਰ ਕੇ ਆਣਗੇ ਤੇ ਉਹ ਇਸ ਮੂਵਮੈਂਟ ਨੂੰ ਅੱਗੇ ਚਲਾਣਗੇ। ਠੀਕ ਹੈ ਜੀ। ਜੇ ਗੱਲ ਕਰੀਏ ਕਾਂਗਰਸ ਨੂੰ ਤਾਂ ਕਾਂਗਰਸ ਨੂੰ ਇੱਥੇ ਸਰਕਾਰ ਨੇ, ਬ੍ਰਿਟੇਨ ਦੀ ਸਰਕਾਰ ਨੇ ਇਲੀਗਲ ਆਰਗੇਨਾਈਜੇਸ਼ਨ ਕਹਿਤਾ, ਕਾਂਗਰਸ ਨੂੰ ਇਲੀਗਲ ਆਰਗੇਨਾਈਜੇਸ਼ਨ कहता ਤੇ ਇਹਨਾਂ ਦੀ ਪੋਲੀਟੀਕਲ ਰੈਲੀਜ਼ ਤੇ ਵੀ ਬੈਨ ਲਾਤਾ ਕਿ ਕਾਂਗਰਸ ਕੋਈ ਪੋਲੀਟੀਕਲ ਰੈਲੀ ਨਹੀਂ ਕਰ ਸਕਦੀ, ਕਾਂਗਰਸ ਇਲੀਗਲ ਹੋਗੀ। ਉਸ ਤੋਂ ਇਲਾਵਾ ਹੁਣ ਜਦੋਂ ਇੰਨਾ ਕੁਝ ਹੋਇਆ ਤਾਂ ਲੋਕੀ ਜਿਹੜੇ ਗਾਂਧੀ ਜੀ ਨੇ ਪਹਿਲਾਂ ਹੀ ਕਿਹਾ ਸੀ ਕਿ ਲੋਕਾਂ ਨੂੰ ਤਿਆਰ ਕਰੋ, ਜਦੋਂ ਆਪਾਂ ਦੇਖਿਆ ਸੀ ਚੌਰਾ ਚੌਰੀ ਇਨਸੀਡੈਂਟਸ, ਗਾਂਧੀ ਜੀ ਨੇ ਕਿਉਂ ਬੰਦ ਕਰਤੀ ਸੀ ਨਾਨ ਕੋਆਪਰੇਸ਼ਨ ਮੂਵਮੈਂਟ? ਗਾਂਧੀ ਜੀ ਨੇ ਕਿਹਾ ਸੀ ਨੀਚੇ ਵਾਲੇ ਲੋਕ ਜਿਹੜੇ ਨੇ ਤਿਆਰ ਨਹੀਂ। ਗਾਂਧੀ ਜੀ ਨੇ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਨੀਚੇ ਦੇਖਿਆ ਕਿ ਲੋਕੀ ਜਿਹੜੇ ਨੇ ਸਾਰੇ ਤਿਆਰ ਨੇ। ਜੇ ਗਾਂਧੀ ਜੀ ਜਾਂ ਜਵਾਹਰ ਲਾਲ ਨਹਿਰੂ ਜਾਂ ਉੱਪਰਲੀ ਸਾਰੀ ਲੀਡਰਸ਼ਿਪ ਅਰੈਸਟ ਹੋਗੀ ਤਾਂ ਹੁਣ ਆਪਾਂ ਇੱਥੇ ਦੇਖਾਂਗੇ ਕਿ ਇੱਕ ਇਮੀਡੀਏਟ ਤੇ ਇੱਕ ਸਪੌਂਟੇਨੀਅਸ ਮੂਵਮੈਂਟ ਸ਼ੁਰੂ ਹੋਏਗੀ। ਸਪੌਂਟੇਨੀਅਸ ਮੂਵਮੈਂਟ ਦਾ ਮਤਲਬ ਆਪਣੇ ਆਪ ਹੀ ਗਾਂਧੀ ਜੀ ਨੇ ਕਹਿਤਾ ਕਿ ਕੁਇਟ ਇੰਡੀਆ ਮੂਵਮੈਂਟ ਹੈ ਜੀ, ਡੂ ਔਰ ਡਾਈ, ਤਾਂ ਲੋਕੀ ਆਪ ਹੀ ਸ਼ੁਰੂ ਹੋ ਜਾਣਗੇ ਮੂਵਮੈਂਟ। ਉਹ ਨਹੀਂ ਕਿਸੇ ਲੀਡਰ ਦੀ ਵੇਟ ਕਰ ਰਹੇ ਕਿ ਕਿਸੇ ਨੂੰ ਲੀਡਰ ਆਏਗਾ ਦੱਸੇਗਾ ਤਾਂ ਅਸੀਂ ਕੁਝ ਕਰਾਂਗੇ, ਨਹੀਂ। ਇੱਥੇ ਗੱਲ ਕਰਾਂਗੇ ਤਾਂ ਆਪਾਂ ਦੇਖਾਂਗੇ ਕਿ ਪੈਰਲਲ ਗਵਰਨਮੈਂਟਸ ਬਣਾਈਆਂ ਜਾ ਰਹੀਆਂ ਨੇ। ਮੇਨ ਲੀਡਰਸ਼ਿਪ ਜੇਲ੍ਹਾਂ 'ਚ ਬੈਠੀ ਹੈ ਪਰ ਤਾਂ ਵੀ ਪੈਰਲਲ ਗਵਰਨਮੈਂਟਸ ਬਣਾਈਆਂ ਜਾ ਰਹੀਆਂ। ਪੈਰਲਲ ਗਵਰਨਮੈਂਟਸ ਦਾ ਮਤਲਬ ਕੀ ਹੈ? मतलब कि एक गवर्नमेंट तो वो है जी अंग्रेजा ने बनाई है, मतलब कि अंग्रेजा ने DC लाया, उन्हें रेवन्यू सारा कलैक्ट किया, अंग्रेजा की पुलिस है वो सारा लॉ एंड ऑर्डर देख रही है। पर इत्थे लोगों ने, अपने लोगों ने, भारतीय ने पैरलल गवर्नमेंट ही शुरू करती, कहते जी इन्हों मनो ही ना, इन्हों का DC, इन्हों की पुलिस मनो ही ना, आ अपना DC है, अपनी पुलिस है, इन्हों टैक्स दो, यही लॉ एंड ऑर्डर देखणगे, थोड़ी कोई कमी पेशी है इत्थे आओ, आ साडे ऑफिशियल ने, इन्हों आपां कहने पैरलल गवर्नमेंट्स। जे गल करते हैं पैरलल गवर्नमेंट्स की, तो याद रखियो जी 3 जगह अपनी इंपॉर्टेंट ने, जिवें कि सब तो पहली पैरलल गवर्नमेंट आप देखेंगे बलिया च बनेगी, तो लीडर का नाम भी याद रखियो, चिट्टू पांडे। चिट्टू पांडे लीडर ने की कीता सी, बलिया दे विच एक पैरलल गवर्नमेंट रन कीती सी। इस तो इलावा देखेंगे आप तमलूक दे विच भी बनेगी एक पैरलल गवर्नमेंट, ते सतारा दे विच भी बनेगी पैरलल गवर्नमेंट। जिहड़ी सतारा दे विच पैरलल गवर्नमेंट है ये सब तो लंबी चलेगी, तो इसनूं आपां कहने, इहनूं कहने प्रति सरकार भी कहा जाता है। याद रखियो जी प्रति सरकार, सतारा वाली पैरलल गवर्नमेंट नूं कहा जाता है। तो लीडर्स कौन कौन सीगे याद रखने ने, नाना पाटिल, बहुत इंपॉर्टेंट है, बार बार क्वेश्चन पूछे गए ने ये कि नाना पाटिल ते YB चवन ये जिहड़े ने किहड़ी पैरलल गवर्नमेंट दे नाल एसोसिएटेड ने, या क्वेश्चन आ जाएगा तुहानूं कि प्रति सरकार कित्थे बनाई गई सी पैरलल गवर्नमेंट, तो याद रखियो और 17 दे विच बनाई गई सी। क्लीयर? चलो जी अगे गल करते हैं आपां क्विट इंडिया मूवमेंट। ਜਦੋਂ ਆਪਾਂ ਦੇਖਿਆ ਕਿ ਟੌਪ ਲੀਡਰਸ਼ਿਪ ਜਿਹੜੀ ਹੈ ਕਿੱਥੇ ਜਾ ਚੁੱਕੀ ਹੈ, ਜੇਲ੍ਹਾਂ ਦੇ ਵਿੱਚ ਜਾ ਚੁੱਕੀ ਹੈ, ਤਾਂ ਕਿਤੇ ਨਾ ਕਿਤੇ ਜਿਹੜੀ ਸੈਕੰਡਰੀ ਲੀਡਰਸ਼ਿਪ ਹੈ ਉਹਨੂੰ ਸਾਹਮਣੇ ਆਣਾ ਸੀ। ਤਾਂ ਆਪਾਂ ਇੱਥੇ ਨਵੇਂ ਨਾਮ ਦੇਖਾਂਗੇ ਜਿਹੜੇ ਪਹਿਲਾਂ ਨਹੀਂ ਸੀ ਪੜ੍ਹੇ, ਜਿਵੇਂ ਕਿ ਰਾਮ ਮਨੋਹਰ ਲੋਹੀਆ, ਜਿਵੇਂ ਆਪਾਂ ਦੇਖਾਂਗੇ ਜੈ ਪ੍ਰਕਾਸ਼ ਨਾਰਾਇਣ, ਜਿਵੇਂ ਆਪਾਂ ਇੱਥੇ ਦੇਖਾਂਗੇ ਅਰੁਣਾ ਆਸਿਫ ਅਲੀ, ਊਸ਼ਾ ਮਹਿਤਾ, ਬੀਜੂ ਪਟਨਾਇਕ। ਇਹ ਕੌਣ ਨੇ? ਸੈਕੰਡਰੀ ਲੀਡਰ ਸੀਗੇ। ਠੀਕ ਹੈ ਜੀ। ਮੇਨ ਲੀਡਰਸ਼ਿਪ ਜੇਲ੍ਹਾਂ 'ਚ ਹੈ ਤਾਂ ਇਹਨਾਂ ਨੇ ਆਪਣਾ ਰੋਲ ਜਿਹੜਾ ਡਿਫਾਈਨ ਕਰ ਲਏ ਕਿ ਉਹ ਨਹੀਂ ਹੈਗੇ ਤਾਂ ਅਸੀਂ ਇਹ ਮੂਵਮੈਂਟ ਨੂੰ ਅੱਗੇ ਚਲਾਣਾ ਹੈ। ਜੇ ਆਪਾਂ ਗੱਲ ਕਰਦੇ ਹਾਂ ਇੱਥੇ ਅਰੁਣਾ ਆਸਿਫ ਅਲੀ ਦੀ, ਤਾਂ ਯਾਦ ਰੱਖਿਓ ਅਰੁਣਾ ਆਸਿਫ ਅਲੀ ਨੇ ਗਵਾਲੀਅਰ ਟੈਂਕ ਮੈਦਾਨ ਦੇ ਵਿੱਚ ਇੰਡੀਆ ਦਾ ਫਲੈਗ ਲਗਾਤਾ ਸੀ, ਝੰਡਾ ਜਿਹੜਾ ਸੀ ਉਹ ਫਹਿਰਾਇਆ ਸੀ। ਹੁਣ ਅੰਗਰੇਜ਼ਾਂ ਦੇ ਟਾਈਮ ਤੇ ਇੰਡੀਆ ਦਾ ਝੰਡਾ ਫਹਿਰਾਣਾ ਵੀ ਬਹੁਤ ਵੱਡੀ ਗੱਲ ਸੀ, ਕਿਉਂਕਿ ਇੰਡੀਆ ਦੇ ਵਿੱਚ ਕਿਹਨਾਂ ਦਾ ਝੰਡਾ ਚੱਲਦਾ ਸੀ? ਅੰਗਰੇਜ਼ਾਂ ਦਾ ਚੱਲਦਾ ਸੀ। ਉਹਨੂੰ ਉਤਾਰ ਕੇ ਇੰਡੀਆ ਦਾ ਝੰਡਾ ਚਿਹਰਾਣਾ ਉਸ ਟਾਈਮ ਤੇ ਫਹਿਰਾਣਾ ਬਹੁਤ ਵੱਡੀ ਗੱਲ ਹੈ। ਤਾਂ ਯਾਦ ਰੱਖਿਓ ਕਿਹਨਾਂ ਨੇ ਗਵਾਲੀਅਰ ਟੈਂਕ ਮੈਦਾਨ ਦੇ ਵਿੱਚ ਇੰਡੀਆ ਦਾ ਆਪਾਂ ਗੱਲ ਕਰਾਂਗੇ ਫਲੈਗ ਨੂੰ ਅਨਫੋਲਡ ਕੀਤਾ ਸੀ, ਤਾਂ ਅਰੁਣਾ ਆਸਿਫ ਅਲੀ। ਉਸ ਤੋਂ ਇਲਾਵਾ ਹੁਣ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ, ਲੋਕਾਂ ਨੂੰ ਦੱਸਣਾ ਹੈ ਕਿ ਕਿਵੇਂ ਕੀ ਕਰਨਾ ਅੱਗੇ। ਤਾਂ ਆਪਾਂ ਦੇਖਾਂਗੇ ਊਸ਼ਾ ਮਹਿਤਾ, ਨਾਮ ਯਾਦ ਰੱਖਿਓ ਜੀ। ਊਸ਼ਾ ਮਹਿਤਾ ਇਹ ਅੰਡਰਗਰਾਉਂਡ ਰੇਡੀਓ ਚਲਾ ਰਹੇ ਨੇ ਬੰਬੇ ਦੇ ਵਿੱਚ। ਠੀਕ ਹੈ ਜੀ। ਊਸ਼ਾ ਮਹਿਤਾ ਜੀ ਅੰਡਰਗਰਾਉਂਡ ਰੇਡੀਓ ਚਲਾਣਗੇ। ਹੁਣ ਰੇਡੀਓ ਇੱਕ ਐਵੇਂ ਦੀ ਚੀਜ਼ ਹੈ ਉਹ ਸਾਰੇ ਲੋਕੀ ਸੁਣ ਸਕਦੇ ਨੇ, ਪਰ ਅੰਗਰੇਜ਼ਾਂ ਨੂੰ ਇਹੀ ਨਹੀਂ ਸੀ ਪਤਾ ਲੱਗ ਰਿਹਾ ਕਿ ਇਹ ਰੇਡੀਓ ਚੱਲਦਾ ਕਿੱਥੋਂ ਦੀ ਹੈ, ਇਹ ਆਪਰੇਟ ਕਿੱਥੋਂ ਹੋ ਰਿਹਾ, ਕਿਉਂਕਿ ਊਸ਼ਾ ਮਹਿਤਾ ਅੰਡਰਗਰਾਉਂਡ ਰੇਡੀਓ ਚਲਾ ਰਹੇ ਸੀ। ਉਹਨਾਂ ਦੀ ਲੋਕੇਸ਼ਨ ਨਹੀਂ ਸੀ ਅੰਗਰੇਜ਼ਾਂ ਨੂੰ ਮਿਲਦੀ, ਪਰ ਇਹ ਲੋਕੇਸ਼ਨ ਇਹਨਾਂ ਨੂੰ ਮਿਲ ਨਹੀਂ ਸੀ ਰਹੀ, ਤੇ ਰੇਡੀਓ ਦੇ ਉੱਪਰ ਇਹ ਲੋਕਾਂ ਨੂੰ ਦੱਸ ਰਹੇ ਸੀ ਵੀ ਕੀ ਕਰਨਾ ਅੱਗੇ, ਕਿ ਇਹਨਾਂ ਦੀਆਂ ਤਾਰਾਂ ਪੱਟ ਦਿਓ, ਇੱਥੇ ਆਪਾਂ ਅੱਗੇ ਨੈਕਸਟ ਇਹ ਕੰਮ ਕਰਨਾ ਹੈ। ਲੋਕਾਂ ਨੂੰ ਰੇਡੀਓ ਦੇ ਨਾਲ ਬਹੁਤ ਜਲਦੀ ਆਪਾਂ ਕਹਿ ਰਹੇ ਹਾਂ ਕਿ ਮੈਸੇਜ ਆ ਰਹੇ ਸੀ। ਇਹ ਸਾਰਾ ਕੁਝ ਕਰ ਕੌਣ ਰਿਹਾ? ਇਹ ਆਪਾਂ ਦੇਖ ਰਹੇ ਹਾਂ ਸੈਕੰਡਰੀ ਲੀਡਰਸ਼ਿਪ ਕਰ ਰਹੀ ਹੈ, ਟੌਪ ਲੀਡਰਸ਼ਿਪ ਤਾਂ ਜੇਲ੍ਹ 'ਚ ਬੈਠੀ ਹੈ। ਤੇ ਜੇ ਗੱਲ ਕਰਾਂਗੇ ਪਾਰਟੀਜ਼ ਦੀ, ਕਾਂਗਰਸ ਤੋਂ ਇਲਾਵਾ ਬਾਕੀ ਪਾਰਟੀਜ਼, ਤਾਂ ਆਪਾਂ ਦੇਖਾਂਗੇ ਕਾਂਗਰਸ ਨੇ ਤਾਂ ਸਪੋਰਟ ਕਰਨੀ ਹੀ ਕਰਨੀ ਸੀ ਕੁਇਟ ਇੰਡੀਆ ਮੂਵਮੈਂਟ ਨੂੰ। ਕਾਂਗਰਸ ਤੋਂ ਇਲਾਵਾ ਬਾਕੀ ਕੋਈ ਪਾਰਟੀਜ਼, ਠੀਕ ਹੈ ਜੀ, ਇਹਨਾਂ ਆਪਾਂ ਗੱਲ ਕਰਾਂਗੇ ਕਾਂਗਰਸ ਤੋਂ ਇਲਾਵਾ ਲਿਬਰਲਸ ਨੂੰ ਛੱਡ ਕੇ ਮੁਸਲਿਮ ਲੀਗ, ਹਿੰਦੂ ਮਹਾਸਭਾ, ਸਾਰੀਆਂ ਜਿੰਨਾ ਵੀ ਆਪਾਂ ਕਹਿ ਸਕਦੇ ਹਾਂ ਕਿ ਪਾਰਟੀਜ਼ ਨੇ ਕੁਇਟ ਇੰਡੀਆ ਮੂਵਮੈਂਟ 'ਚ ਸਾਥ ਨਹੀਂ ਦਿੱਤਾ।
ਸਿਰਫ ਕਾਂਗਰਸ ਤੇ ਲਿਬਰਲਸ ਇਹਨਾਂ ਨੇ ਹੀ ਸਪੋਰਟ ਕੀਤੀ ਸੀ ਕੁਇਟ ਇੰਡੀਆ ਦੀ, ਬਾਕੀ ਸਾਰੀਆਂ ਪਾਰਟੀਆਂ ਨੇ ਕੁਇਟ ਇੰਡੀਆ ਦੀ ਸਪੋਰਟ ਨਹੀਂ ਕੀਤੀ। ਕਲੀਅਰ। ਚਲੋ ਜੀ ਅੱਗੇ ਗੱਲ ਆਪਾਂ ਕਰਦੇ ਹਾਂ ਜੀ ਸੁਭਾਸ਼ ਚੰਦਰ ਬੋਸ ਦੀ। ਆਪਾਂ ਇਹਨਾਂ ਬਾਰੇ ਗੱਲ ਨਹੀਂ ਕੀਤੀ ਪਿੱਛੇ, ਕਿਉਂ? ਆਪਾਂ ਇੱਥੇ ਦੇਖਦੇ ਹਾਂ। ਹੁਣ ਦੇਖੋ ਜੀ, ਜੇ ਆਪਾਂ ਗੱਲ ਕਰੀਏ ਸੁਭਾਸ਼ ਚੰਦਰ ਬੋਸ ਦੀ ਤਾਂ ਆਪਾਂ ਨੂੰ ਇਹਨਾਂ ਬਾਰੇ ਪੜ੍ਹਨਾ ਕੀ ਪੈਣਾ, 1938 ਦਾ ਸੈਸ਼ਨ, 1939 ਦਾ ਸੈਸ਼ਨ ਇਹਨਾਂ ਦਾ ਬਹੁਤ ਇੰਪੋਰਟੈਂਟ ਹੈ ਕਾਂਗਰਸ ਦੇ ਨਾਲ ਰਿਲੇਟਡ। 1939 ਉਹੀ ਟਾਈਮ ਹੈ ਜਦੋਂ ਕਾਂਗਰਸ ਰਿਜ਼ਾਈਨ ਕਰਦੀ ਹੈ। ਠੀਕ ਹੈ ਜੀ। ਦੇਖੋ ਜੀ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਸੁਭਾਸ਼ ਚੰਦਰ ਬੋਸ ਦੀ ਤਾਂ ਆਪਾਂ ਯਾਦ ਰੱਖਣਾ ਕਿ ਪੋਲੀਟੀਕਲ ਗੁਰੂ, ਜਿਹੜੇ ਇਹਨਾਂ ਦੇ ਪੋਲੀਟੀਕਲ ਗੁਰੂ ਸੀਗੇ ਚਿਤਰੰਜਨ ਦਾਸ ਜਾਂ ਫਿਰ CR ਦਾਸ। ਜੇ ਗੱਲ ਕਰਦੇ ਹਾਂ ਗਾਂਧੀ ਜੀ ਦੇ ਤਾਂ ਗਾਂਧੀ ਜੀ ਦੇ ਪੋਲੀਟੀਕਲ ਗੁਰੂ ਸੀਗੇ GK ਗੋਖਲੇ। ਆਪਾਂ ਨਾਮ ਯਾਦ ਰੱਖ ਲਾਂਗੇ, ਗਾਂਧੀ ਜੀ ਦੇ ਪੋਲੀਟੀਕਲ ਗੁਰੂ ਸੀਗੇ GK ਗੋਖਲੇ। ਤੇ ਜੇ ਗੱਲ ਕਰਾਂਗੇ ਸੁਭਾਸ਼ ਚੰਦਰ ਬੋਸ ਜੀ ਦੇ ਪੋਲੀਟੀਕਲ ਗੁਰੂ ਸੀਗੇ ਚਿਤਰੰਜਨ ਦਾਸ ਜਾਂ ਫਿਰ CR ਦਾਸ। ਠੀਕ ਹੈ ਜੀ। ਹੁਣ ਜੇ ਗੱਲ ਕਰੀਏ ਆਪਾਂ ਕੰਪਲੀਟ ਇੰਡੀਪੈਂਡੈਂਸ ਦੀ ਡਿਮਾਂਡ, ਪੂਰਨ ਸਵਰਾਜ ਦੀ ਡਿਮਾਂਡ ਜਿਹੜੀ ਸੀ ਕਿਹਨਾਂ ਨੇ ਕੀਤੀ ਸੀ? ਜਵਾਹਰ ਲਾਲ ਨਹਿਰੂ ਨੇ ਕੀਤੀ ਸੀ। ਜੇ ਯਾਦ ਹੋਵੇ ਤੁਹਾਨੂੰ ਕਿਹਦੇ ਵਿੱਚ? ਲਾਹੌਰ ਸੈਸ਼ਨ ਦੇ ਵਿੱਚ। ਕਿਹੜੇ ਸਾਲ ਦੇ ਵਿੱਚ ਕੀਤੀ ਸੀ? 1929 ਚ ਕੀਤੀ ਸੀ। ਜਵਾਹਰ ਲਾਲ ਨਹਿਰੂ ਦੇ ਨਾਲ ਉਦੋਂ ਹੋਰ ਕੌਣ ਸੀ? ਤਾਂ ਉਦੋਂ ਜਵਾਹਰ ਲਾਲ ਨਹਿਰੂ ਦੇ ਨਾਲ ਸੁਭਾਸ਼ ਚੰਦਰ ਬੋਸ ਵੀ ਸੀਗੇ। ਇਹ ਦੋਨੋਂ ਆਪਾਂ ਕਹਿ ਸਕਦੇ ਹਾਂ ਕਿ ਯੰਗ ਲੀਡਰ ਸੀ ਉਸ ਟਾਈਮ, ਕਾਫੀ ਜ਼ਿਆਦਾ ਇਹਨਾਂ ਦੇ ਉੱਪਰ ਸੋਸ਼ਲਿਸਟ ਆਪਾਂ ਕਹਿ ਸਕਦੇ ਆਈਡੀਓਲੋਜੀ ਸੀ। ਤਾਂ ਇਹਨਾਂ ਨੇ ਉਦੋਂ ਡਿਮਾਂਡ ਕੀਤੀ ਸੀ ਕਿਸ ਚੀਜ਼ ਦੀ? ਪੂਰਨ ਸਵਰਾਜ ਦੀ। ਕਲੀਅਰ। ਉਸ ਤੋਂ ਇਲਾਵਾ ਜੇ ਗੱਲ ਕਰਾਂਗੇ ਸੁਭਾਸ਼ ਚੰਦਰ ਬੋਸ ਕਿਹੜੇ ਸਾਲ ਦੇ ਵਿੱਚ ਪ੍ਰੈਜ਼ੀਡੈਂਟ ਬਣੇ ਕਾਂਗਰਸ ਦਾ, ਯਾਦ ਰੱਖਿਓ 1938 ਦੇ ਵਿੱਚ ਪ੍ਰੈਜ਼ੀਡੈਂਟ ਬਣ ਗਏ ਕਾਂਗਰਸ ਦੇ। ਤਾਂ ਉਹ ਸੈਸ਼ਨ ਨੂੰ ਆਪਾਂ ਕੀ ਕਹਿੰਦੇ ਆ? ਉਹ ਸੈਸ਼ਨ ਸੀਗਾ ਹਰੀਪੁਰਾ ਸੈਸ਼ਨ। ਨਾਮ ਯਾਦ ਰੱਖਿਓ, ਹਰੀਪੁਰਾ ਸੈਸ਼ਨ। 1938 ਕਾਂਗਰਸ ਦੇ ਕੀ ਬਣ ਗਏ? ਪ੍ਰੈਜ਼ੀਡੈਂਟ ਬਣ ਗਏ ਸੁਭਾਸ਼ ਚੰਦਰ ਬੋਸ। ਸੋਸ਼ਲਿਸਟ ਆਈਡੀਆ ਸੀ, ਕਾਫੀ ਇਹਨਾਂ ਦੇ ਫਾਲੋਅਰ ਸੀਗੇ ਕਾਂਗਰਸ ਦੇ ਵਿੱਚ। ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਸੈਸ਼ਨ ਹੋਏਗਾ 1939, ਕਾਫੀ ਜ਼ਿਆਦਾ ਪਪੂਲਰ ਨੇ ਸੁਭਾਸ਼ ਚੰਦਰ ਬੋਸ। ਤੇ ਇਹ ਫੇਰ ਤੋਂ ਖੜ ਜਾਣਗੇ ਕਿਸ ਚੀਜ਼ ਲਈ? ਪ੍ਰੈਜ਼ੀਡੈਂਟ ਲਈ। ਪਰ ਇਸ ਸਾਲ ਜਿਹੜਾ ਇਹ ਸੈਸ਼ਨ ਹੋਏਗਾ ਆਪਣਾ ਕਿੱਥੇ ਹੋਏਗਾ? ਤ੍ਰਿਪੁਰੀ ਚ ਹੋਏਗਾ। ਜਿਹੜਾ 1939 ਦਾ ਸੈਸ਼ਨ ਹੈ ਤ੍ਰਿਪੁਰੀ ਚ ਜਦੋਂ ਹੋ ਰਿਹਾ, ਇਹ ਉਹੀ ਟਾਈਮ ਹੈ ਜਦੋਂ ਕਾਂਗਰਸ ਨੇ ਰਿਜ਼ਾਈਨ ਵੀ ਕਰਨਾ ਹੈ। ਤਾਂ ਇੱਥੇ ਦੇਖਾਂਗੇ ਕਿ ਕਾਂਗਰਸ ਦੇ ਦੂਜੀ ਵਾਰ ਪ੍ਰੈਜ਼ੀਡੈਂਟ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਸੁਭਾਸ਼ ਚੰਦਰ ਬੋਸ। ਪਰ ਇੱਥੇ ਗਾਂਧੀ ਜੀ ਜਿਹੜੇ ਹੋਣਗੇ ਉਹ ਇਸ ਚੀਜ਼ ਦੇ ਫੇਵਰ ਚ ਨਹੀਂ ਹੋਣਗੇ ਕਿ ਸੁਭਾਸ਼ ਚੰਦਰ ਬੋਸ ਨੂੰ ਦੂਜੀ ਟਰਮ ਦਿੱਤੀ ਜਾਏ। ਤਾਂ ਗਾਂਧੀ ਜੀ ਕਹਿਣਗੇ ਕਿ ਚਲੋ ਐਵੇਂ ਕਰਦੇ ਹਾਂ ਕਿ ਇਹਨਾਂ ਨੇ ਖੜਨਾ, ਮੇਰੇ ਵੱਲੋਂ ਆਪਾਂ ਕਹਿ ਸਕਦੇ ਹਾਂ ਪੀਤਾਬਾਈ ਸੀਤਾਰਮਈਆ ਖੜਨਗੇ। ਕਿ ਗਾਂਧੀ ਜੀ ਨੇ ਇੱਕ ਬੰਦਿਆਂ ਨੂੰ ਬੈਕਿੰਗ ਕਰਤੀ ਜਿਨ੍ਹਾਂ ਦਾ ਨਾਮ ਹੈ ਪੀਤਾਬਾਈ ਸੀਤਾਰਮਈਆ। ਦੂਜੇ ਪਾਸੇ ਦੀ ਗੱਲ ਕਰਾਂਗੇ ਸੁਭਾਸ਼ ਚੰਦਰ ਬੋਸ ਖੜੇ ਹੋਏ ਨੇ। ਤਾਂ ਵੋਟਿੰਗ ਹੋਏਗੀ, ਜਦੋਂ ਵੋਟਿੰਗ ਹੋਈ ਫਿਰ ਆਪਾਂ ਦੇਖਿਆ ਕਿ ਸੁਭਾਸ਼ ਚੰਦਰ ਬੋਸ ਹੀ ਜਿੱਤ ਗਏ। 1939 ਤ੍ਰਿਪੁਰੀ ਸੈਸ਼ਨ, ਸੁਭਾਸ਼ ਚੰਦਰ ਬੋਸ ਕੀ ਹੋਣਗੇ? ਫਿਰ ਤੋਂ ਪ੍ਰੈਜ਼ੀਡੈਂਟ ਬਣ ਗਏ। ਪਰ ਇੱਥੇ ਹਾਰਨਗੇ ਕੌਣ? ਉਹ ਜਿਨ੍ਹਾਂ ਨੂੰ ਗਾਂਧੀ ਜੀ ਨੇ ਬੈਕਿੰਗ ਕੀਤੀ ਸੀ। ਕੌਣ ਹਾਰੇ? ਪੀਤਾਬਾਈ ਸੀਤਾਰਮਈਆ। ਤਾਂ ਜਦੋਂ ਇਹ ਹਾਰਨਗੇ ਤਾਂ ਗਾਂਧੀ ਜੀ ਕਹਿਣਗੇ ਜੀ ਦੇਖੋ ਸਿੱਧੀ ਗੱਲ ਹੈ, ਮੇਰਾ ਬੰਦਾ ਜੇ ਹਾਰ ਗਿਆ ਤਾਂ ਮਤਲਬ ਮੇਰੀ ਹਾਰ ਹੈ, ਜੇ ਮੇਰੀ ਹਾਰ ਹੈ ਤਾਂ ਮਤਲਬ ਮੈਨੂੰ ਕਾਂਗਰਸ ਛੱਡ ਦੇਣੀ ਚਾਹੀਦੀ ਹੈ। ਤਾਂ ਕਿਤੇ ਨਾ ਕਿਤੇ ਆਪਾਂ ਇੱਥੇ ਦੇਖਾਂਗੇ ਕਿ ਕਾਂਗਰਸ ਦੇ ਵਿੱਚ ਫੇਰ ਤੋਂ ਅਲੱਗ-ਅਲੱਗ ਆਪਾਂ ਕਹਿ ਸਕਦੇ ਹਾਂ ਕਿ ਵੰਡ ਹੋਣ ਦੇ ਚਾਂਸਿਸ ਸੀਗੇ। ਤਾਂ ਇੱਥੇ ਜੇ ਗੱਲ ਕਰਾਂਗੇ ਸੁਭਾਸ਼ ਚੰਦਰ ਬੋਸ ਦੀ, ਤਾਂ ਉਹਨਾਂ ਨੇ ਪ੍ਰੈਜ਼ੀਡੈਂਟਸ਼ਿਪ ਤੋਂ ਰਿਜ਼ਾਈਨ ਕਰਤਾ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਇੰਡੀਆ ਦੀ ਸਟਰਗਲ ਜਿਹੜੀ ਆਪਾਂ ਫਰੀडम ਲਈ ਕਰ ਰਹੇ ਹਾਂ, ਫਰੀडम ਸਟਰਗਲ, ਇਹਨੂੰ ਗਾਂਧੀ ਜੀ ਜਿਹੜਾ ਹੈ ਕਾਂਗਰਸ ਛੱਡ ਜਾਣ ਤਾਂ ਜਿਹੜੀ ਆਪਾਂ ਵਾਪਸ ਪਿੱਛੇ ਚੱਲ ਜਾਈਏ। ਨਹੀਂ, ਤਾਂ ਉਹ ਕਹਿਣਗੇ ਕਿ ਗਾਂਧੀ ਜੀ ਛੱਡਣ ਇਸ ਤੋਂ ਪਹਿਲਾਂ ਉਹ ਆਪ ਹੀ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਛੱਡ ਕੇ ਚਲੇ ਗਏ। ਕਲੀਅਰ। ਤਾਂ ਯਾਦ ਰੱਖਿਓ ਇੱਥੇ ਗਾਂਧੀ ਜੀ ਦੇ ਟਾਈਮ ਆਪਾਂ ਜੇ ਗੱਲ ਕਰਾਂਗੇ 1939 ਤਾਂ ਸੁਭਾਸ਼ ਚੰਦਰ ਬੋਸ ਤ੍ਰਿਪੁਰੀ ਸੈਸ਼ਨ ਦੇ ਵਿੱਚ ਜਿੱਤ ਜਾਣਗੇ, ਪਰ ਇੱਥੇ ਜਾ ਕੇ ਕੀ ਕਰਨਗੇ? ਰਿਜ਼ਾਈਨ ਕਰਨਗੇ। ਹਾਰਨਗੇ ਕੌਣ? ਪੀਤਾਬਾਈ ਸੀਤਾਰਮਈਆ ਹਾਰਨਗੇ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿੱਤ ਕੇ ਸੁਭਾਸ਼ ਚੰਦਰ ਬੋਸ, ਪਰ ਉਹਨਾਂ ਨੂੰ ਰਿਜ਼ਾਈਨ ਕਰਨਾ ਪੈ ਜਾਏਗਾ। ਜਦੋਂ ਉਹ ਰਿਜ਼ਾਈਨ ਕਰਨਗੇ ਤਾਂ ਉਸ ਤੋਂ ਬਾਅਦ 1939 ਦੇ ਵਿੱਚ ਅਗਲੇ ਕਾਂਗਰਸ ਦੇ ਪ੍ਰੈਜ਼ੀਡੈਂਟ ਹੋਣਗੇ ਡਾਕਟਰ ਰਾਜਿੰਦਰ ਪ੍ਰਸਾਦ। ਨਾਮ ਯਾਦ ਰੱਖ ਲਿਓ ਜੀ, ਡਾਕਟਰ ਰਾਜਿੰਦਰ ਪ੍ਰਸਾਦ ਹੋਣਗੇ ਜਦੋਂ ਸੁਭਾਸ਼ ਚੰਦਰ ਬੋਸ ਕੀ ਕਰਨਗੇ? ਰਿਜ਼ਾਈਨ ਕਰਨਗੇ 1939 ਦੇ ਵਿੱਚ। ਕਲੀਅਰ। ਕਾਂਗਰਸ ਤੋਂ ਆਪਣੇ ਆਪ ਨੂੰ ਹੁਣ ਕੀ ਕਰਨਗੇ? ਸੁਭਾਸ਼ ਚੰਦਰ ਬੋਸ ਥੋੜਾ ਜਿਹਾ ਅਲੱਗ ਕਰ ਲੈਣਗੇ, ਥੋੜੀ ਜਿਹੀ ਦੂਰੀ ਮੇਨਟੇਨ ਸ਼ੁਰੂ ਕਰਨਗੇ। ਤੇ ਆਪਾਂ ਇੱਥੇ ਦੇਖਾਂਗੇ ਕਿ ਇੱਕ ਅਲੱਗ ਤੋਂ ਪਾਰਟੀ ਬਣਾਈ ਜਾਏਗੀ ਜਿਹਨੂੰ ਕਿਹਾ ਜਾਏਗਾ ਫਾਰਵਰਡ ਬਲੌਕ। ਤਾਂ ਯਾਦ ਰੱਖਿਓ ਫਾਰਵਰਡ ਬਲੌਕ ਵੀ ਕਿਹਨਾਂ ਨੇ ਬਣਾਇਆ ਸੀ? ਸੁਭਾਸ਼ ਚੰਦਰ ਬੋਸ ਨੇ ਬਣਾਇਆ ਸੀ। ਕਦੋਂ ਬਣਾਇਆ ਸੀ? ਜਦੋਂ ਕਾਂਗਰਸ ਤੋਂ ਥੋੜੀ ਦੂਰੀ ਬਣਾਉਣੀ ਸ਼ੁਰੂ ਕਰਨਗੇ। ਕਦੋਂ ਬਣਾਉਣੀ ਸ਼ੁਰੂ ਕਰਨਗੇ? ਜਦੋਂ ਤ੍ਰਿਪੁਰੀ ਸੈਸ਼ਨ ਦੇ ਵਿੱਚ ਆਪਾਂ ਗੱਲ ਕਰਾਂਗੇ ਇਹ ਰਿਜ਼ਾਈਨ ਕਰਨਗੇ। ਕਲੀਅਰ। ਹੁਣ ਇਸ ਤੋਂ ਬਾਅਦ ਫਾਰਵਰਡ ਬਲੌਕ ਬਣਾਉਣ ਤੋਂ ਬਾਅਦ ਆਪਾਂ ਦੇਖਾਂਗੇ ਅੱਗੇ ਗੱਲ ਕਰੀਏ ਤਾਂ ਇੰਡੀਅਨ ਨੈਸ਼ਨਲ ਆਰਮੀ ਦੀ ਗੱਲ ਆਉਂਦੀ ਹੈ। ਹੁਣ ਇੰਡੀਅਨ ਨੈਸ਼ਨਲ ਆਰਮੀ ਦੇਖੋ ਜੀ, ਸਿੰਪਲ ਜੀ ਗੱਲ ਹੈ, ਇੰਡੀਅਨ ਨੈਸ਼ਨਲ ਆਰਮੀ ਬਣ ਕਿੱਥੇ ਰਹੀ ਹੈ, ਕਿਉਂ ਬਣ ਰਹੀ ਹੈ? ਜੇ ਆਪਾਂ ਇੰਡੀਆ ਦਾ ਮੈਪ ਬਣਾਉਂਦੇ ਹਾਂ ਤਾਂ ਇੰਡੀਆ ਦਾ ਮੈਪ ਜਦੋਂ ਆਪਾਂ ਬਣਾ ਰਹੇ ਹਾਂ ਤਾਂ ਇੱਧਰ ਦੀ ਗੱਲ ਕਰਦੇ ਹਾਂ ਆਪਾਂ, ਸਾਊਥ ਈਸਟ ਏਸ਼ੀਆ ਆ ਗਿਆ ਆਪਣਾ। ਠੀਕ ਹੈ ਜੀ। ਇੱਧਰ ਮਲੇਸ਼ੀਆ, ਸਿੰਗਾਪੁਰ, ਥਾਈਲੈਂਡ, ਇਹ ਸਾਰੀ ਕੰਟਰੀਜ਼ ਨੇ। ਇਹ ਸਾਰੀਆਂ ਕੰਟਰੀਜ਼ ਵੀ ਕਿਹਦੇ ਅੰਡਰ ਸੀਗੀਆਂ? ਬ੍ਰਿਟੇਨ ਦੇ ਅੰਡਰ ਹੀ ਸੀਗੀਆਂ। ਇਹ ਵੀ ਇੱਥੇ ਵੀ ਰਾਜ ਕਿਹਨਾਂ ਦਾ ਸੀਗਾ? ਅੰਗਰੇਜ਼ਾਂ ਦਾ ਹੀ ਰਾਜ ਸੀ। ਹੁਣ ਟਾਈਮ ਕਿਹੜਾ ਚੱਲਦਾ ਪਿਆ? ਟਾਈਮ ਚੱਲਦਾ ਜੀ ਤੁਹਾਡਾ 1942, ਮਤਲਬ ਕਿ ਵਰਲਡ ਵਾਰ 2 ਚੱਲ ਰਹੀ ਹੈ। ਵਰਲਡ ਵਾਰ 2 ਚੱਲ ਰਹੀ ਹੈ
ਤਾਂ ਕਿਤੇ ਨਾ ਕਿਤੇ ਜਾਪਾਨ ਜਿਹੜਾ ਉਹ ਕਾਫੀ ਜ਼ਿਆਦਾ ਐਗਰੈਸਿਵਲੀ ਇਨਵੇਡ ਕਰ ਰਿਹਾ ਤੇ ਅੰਗਰੇਜ਼ ਜਿਹੜੇ ਨੇ ਆ ਸਾਰੇ ਏਰੀਆ ਜਿਹੜਾ ਹੈਗਾ ਆਪਣਾ ਏਸ਼ੀਅਨ ਕੰਟਰੀਜ਼ ਵਾਲਾ ਸਾਊਥ ਈਸਟ ਏਸ਼ੀਆ ਵਾਲਾ ਕੰਟਰੀਜ਼ ਨੇ ਉੱਥੋਂ ਦੀ ਜਾਪਾਨ ਹਰਾ ਰਿਹਾ ਇਹਨਾਂ ਨੂੰ ਅੰਗਰੇਜ਼ਾਂ ਨੂੰ ਤੇ ਅੰਗਰੇਜ਼ ਜਿਹੜੇ ਨੇ ਹਾਰਦੇ ਹੋਏ ਵਾਪਿਸ ਆ ਰਹੇ ਨੇ। ਹੁਣ ਬ੍ਰਿਟਿਸ਼ਰਸ ਦੀ ਆਰਮੀ ਦੇ ਵਿੱਚ ਕੌਣ ਲੋਕ ਹੋਣਗੇ ਕਿ ਅੰਗਰੇਜ਼ਾਂ ਨੇ ਆਪਣੀ ਆਰਮੀ ਜਿਹੜੀ ਇੱਥੇ ਸਟੇਸ਼ਨ ਕੀਤੀ ਹੋਏਗੀ ਉੱਥੇ ਜਿਹੜੇ ਮੇਨ ਬੰਦੇ ਹੋਣਗੇ ਆਫੀਸਰ ਹੋਣਗੇ ਉਹ ਤਾਂ ਅੰਗਰੇਜ਼ ਹੋਣਗੇ, ਪਰ ਜਿਹੜੇ ਨਿਚਲੇ ਲੈਵਲ ਦੇ ਹੋਣਗੇ ਆਮ ਸੋਲਜਰ ਜਿਹੜੇ ਨੇ ਸਿਪਾਹੀ ਨੇ ਉਹ ਕਿੱਥੋਂ ਦੇ ਹੋਣਗੇ? ਉਹ ਤਾਂ ਇੰਡੀਅਨ ਸੀ। ਤਾਂ ਚੱਲ ਕੀ ਰਿਹਾ ਸੀ, ਅੰਗਰੇਜ਼ ਆਪ ਤਾਂ ਹਾਰ ਗਏ, ਆਪਣੇ ਜਿੰਨੇ ਵੀ ਬੰਦੇ ਨੇ ਉਹਨਾਂ ਨੂੰ ਇਵੈਕੂਏਟ ਕਰਕੇ ਵਾਪਿਸ ਲੈ ਗਏ ਤੇ ਜਿਹੜੇ ਇੰਡੀਅਨਸ ਉੱਤੇ ਫਸ ਜਾਂਦੇ ਸੀ ਉਹਨਾਂ ਨੂੰ ਜਾਪਾਨ ਵਾਲੇ ਕੀ ਕਰ ਲੈਂਦੇ ਸੀ, ਕੈਪਚਰ ਕਰ ਲੈਂਦੇ ਸੀ। ਤਾਂ ਉਹਨਾਂ ਨੂੰ ਆਪਾਂ ਕਵਾਂਗੇ ਕੀ, ਤਾਂ ਉਹਨਾਂ ਨੂੰ ਆਪਾਂ ਕਵਾਂਗੇ POWs, ਮਤਲਬ ਕਿ ਪ੍ਰਿਜ਼ਨਰ ਆਫ ਵਾਰਸ। ਤਾਂ ਮਤਲਬ ਕਿ ਅੰਗਰੇਜ਼ਾਂ ਦੀ ਜਿਹੜੀ ਆਰਮੀ ਦੇ ਵਿੱਚ ਇੰਡੀਅਨਸ ਸੀਗੇ ਜਿਨ੍ਹਾਂ ਨੂੰ ਉੱਥੇ ਛੱਡ ਆਏ ਅੰਗਰੇਜ਼ ਜਿਹੜੇ ਨੇ ਤੇ ਉਹਨਾਂ ਨੂੰ ਜੈਪਨੀਜ਼ ਨੇ ਕੈਪਚਰ ਕਰ ਲਿਆ ਜਾਪਾਨ ਵਾਲਿਆਂ ਨੇ, ਉਹਨਾਂ ਨੂੰ ਕਿਹਾ ਜਾਏਗਾ ਪ੍ਰਿਜ਼ਨਰ ਆਫ ਵਾਰ, ਜਿਨ੍ਹਾਂ ਨੂੰ ਜਾਪਾਨ ਅੱਗੇ ਜਾ ਕੇ ਆਪਣੀ ਜੇਲ੍ਹ 'ਚ ਰੱਖ ਲੇਗਾ। ਕਲੀਅਰ? ਹੁਣ ਇਹ ਪ੍ਰਿਜ਼ਨਰ ਆਫ ਵਾਰ ਨਾਲ ਹੀ ਕੀ ਹੋਏਗਾ, ਇਹਨਾਂ ਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਬ੍ਰਿਟਿਸ਼ਰਸ ਦੀ ਆਰਮੀ ਦੇ ਵਿੱਚ ਸੀ ਤਾਂ ਇਹਨਾਂ ਨੇ ਦੇਖਿਆ ਕਿ ਅੰਗਰੇਜ਼ ਤਾਂ ਸਾਨੂੰ ਛੱਡ ਕੇ ਚਲੇ ਗਏ, ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਵੀ ਇੱਕ ਆਪਾਂ ਕਹਿ ਸਕਦੇ ਕਿ ਭਾਵਨਾ ਹੋਏਗੀ ਕਿ ਅਸੀਂ ਅੰਗਰੇਜ਼ਾਂ ਨਾਲ ਬਦਲਾ ਤਾਂ ਇਸ ਚੀਜ਼ ਦਾ ਲੈਣਾ। ਤਾਂ ਆਪਾਂ ਇੱਥੇ ਦੇਖਾਂਗੇ ਕਿ ਇੰਡੀਅਨ ਨੈਸ਼ਨਲ ਆਰਮੀ ਬਣਾਈ ਜਾਏਗੀ। ਇਹ ਇੰਡੀਅਨ ਨੈਸ਼ਨਲ ਆਰਮੀ ਬਣੇਗੀ ਕਿੱਥੋਂ? ਬ੍ਰਿਟਿਸ਼ਰਸ ਦੇ ਉਹੀ ਪ੍ਰਿਜ਼ਨਰ ਆਫ ਵਾਰ ਨੂੰ ਮਿਲਾ ਕੇ ਇੱਕ ਆਰਮੀ ਬਣਾਈ ਜਾਏਗੀ ਜਿਹਨੂੰ ਕਿਹਾ ਜਾਏਗਾ ਇੰਡੀਅਨ ਨੈਸ਼ਨਲ ਆਰਮੀ। ਤੇ ਇਹ ਵੀ ਹੁਣ ਕਿਹਦੇ ਅਗੇਂਸਟ ਲੜਨਗੇ? ਅੰਗਰੇਜ਼ਾਂ ਦੇ ਖਿਲਾਫ ਹੀ ਲੜਨਾ ਇਹਨਾਂ ਨੇ। ਤੇ ਜੇ ਗੱਲ ਕਰਾਂਗੇ ਕੁਝ ਨਾਮ ਦੀ ਤਾਂ ਪਹਿਲਾਂ ਨਾਮ ਯਾਦ ਰੱਖ ਲਿਓ ਜੀ, ਜਿਹੜੇ ਇੰਡੀਅਨ ਨੈਸ਼ਨਲ ਆਰਮੀ ਹੈ ਕਦੋਂ ਕੌਣ ਬਣਾਉਣਗੇ ਤਾਂ ਯਾਦ ਰੱਖੋ ਕੈਪਟਨ ਮੋਹਨ ਸਿੰਘ ਬਣਾਉਣਗੇ। ਕੈਪਟਨ ਮੋਹਨ ਸਿੰਘ ਬਣਾਉਣਗੇ 1942 ਦੇ ਵਿੱਚ ਬਣਾਉਣਗੇ ਵਿਦ ਇੰਡੀਆਜ਼ ਜੈਪਨੀਜ਼ ਇੰਡੀਅਨ ਪ੍ਰਿਜ਼ਨਰ ਆਫ ਵਾਰ। ਠੀਕ ਹੈ ਜੀ, ਇਹ ਪ੍ਰਿਜ਼ਨਰ ਆਫ ਵਾਰ ਉਹੀ ਨੇ ਜਿਹੜੇ ਜਾਪਾਨ ਨੇ ਬ੍ਰਿਟਿਸ਼ ਆਰਮੀ ਦੇ ਇੰਡੀਅਨ ਸੋਲਜਰਸ ਨੂੰ ਫੜਿਆ ਹੋਇਆ ਸੀ। ਹੁਣ ਇਹੀ ਇੰਡੀਅਨ ਨੈਸ਼ਨਲ ਆਰਮੀ ਜਿਹੜੀ ਹੈ ਇਹਦੀ ਹੀ ਅੱਗੇ ਜਾ ਕੇ ਕਮਾਂਡ ਕੌਣ ਸਾਂਭਣਗੇ? ਜੇ ਗੱਲ ਕਰੀਏ ਤਾਂ ਸੁਭਾਸ਼ ਚੰਦਰ ਬੋਸ ਸਾਂਭਣਗੇ। ਠੀਕ ਹੈ ਜੀ, ਉਹ ਕਾਂਗਰਸ ਤੋਂ ਅਲੱਗ ਹੋ ਚੁੱਕੇ ਸੀ। 1939 ਦੀ ਗੱਲ ਕਰਦੇ ਹਾਂ ਤਾਂ 39 ਚ ਅਲੱਗ ਹੋਣ ਤੋਂ ਬਾਅਦ ਆਪਾਂ ਦੇਖਾਂਗੇ ਕਿ ਉਹ ਕੀ ਬਣਾ ਰਹੇ ਨੇ, ਫਾਰਵਰਡ ਬਲੌਕ ਬਣਾ ਰਹੇ ਨੇ। ਫਾਰਵਰਡ ਬਲੌਕ ਬਣਾਉਣ ਤੋਂ ਬਾਅਦ ਜੇ ਗੱਲ ਕਰਾਂਗੇ ਵਰਲਡ ਵਾਰ 1 ਜਦੋਂ ਚੱਲ ਰਹੀ ਹੈ ਤਾਂ ਇਹ ਜਰਮਨ ਵੀ ਜਾਣਗੇ, ਜਰਮਨ ਤੋਂ ਬਾਅਦ ਸਿੰਗਾਪੁਰ ਪਹੁੰਚਣਗੇ। ਸਿੰਗਾਪੁਰ ਜਦੋਂ ਪਹੁੰਚੇ ਤਾਂ ਇਹਨਾਂ ਨੇ ਦੇਖਣਾ ਕੀ ਹੈ, ਉੱਥੇ ਇੱਕ ਇੰਡੀਅਨ ਨੈਸ਼ਨਲ ਆਰਮੀ ਬਣੀ ਹੈ। ਹੁਣ ਇੱਥੇ ਇੱਕ ਹੋਰ ਨਾਮ ਆਏਗਾ ਜੀ ਬਹੁਤ ਇੰਪੋਰਟੈਂਟ, ਰਾਸ਼ ਬਿਹਾਰੀ ਬੋਸ। ਯਾਦ ਆਇਆ ਲਾਰਡ ਹਾਰਡਿੰਗ ਦੇ ਵਿੱਚ 1911 ਦੇ ਵਿੱਚ ਬੰਬ ਸੁੱਟੇ ਸੀ ਇਹਨਾਂ ਨੇ, ਕਾਫੀ ਜ਼ਿਆਦਾ ਨਾਮ ਹੋ ਗਿਆ ਸੀ ਰੈਵੋਲੂਸ਼ਨਰੀਜ਼ ਇਹਨਾਂ ਦਾ। ਰਾਸ਼ ਬਿਹਾਰੀ ਬੋਸ, ਉਹੀ ਰਾਸ਼ ਬਿਹਾਰੀ ਬੋਸ ਜਿਨ੍ਹਾਂ ਨੂੰ ਗਦਰ ਪਾਰਟੀ ਵਾਲਿਆਂ ਨੇ ਅਪਾਇੰਟ ਕੀਤਾ ਸੀ ਕਿ ਤੁਸੀਂ ਇੰਡੀਆ ਦੇ ਵਿੱਚ ਲੀਡ ਕਰੋਗੇ, ਪਰ ਗਦਰ ਪਾਰਟੀ ਦੀ ਪਹਿਲਾਂ ਹੀ ਸਾਰੀ ਜਿਹੜੀ ਇਨਫੋਰਮੇਸ਼ਨ ਸੀ ਅੰਗਰੇਜ਼ਾਂ ਨੂੰ ਮਿਲ ਗਈ ਸੀ ਤਾਂ ਉਹਨਾਂ ਨੇ ਪਹਿਲਾਂ ਹੀ ਸਾਰੇ ਜਿੰਨੇ ਵੀ ਬੰਦੇ ਸੀ ਉਹਨਾਂ ਦੇ ਕੈਪਚਰ ਕਰ ਲਏ ਸੀ। ਤੇ ਆਪਾਂ ਉੱਥੇ ਗੱਲ ਕੀਤੀ ਸੀ ਕਿ ਰਾਸ਼ ਬਿਹਾਰੀ ਬੋਸ ਉੱਥੋਂ ਵੀ ਐਸਕੇਪ ਕਰਕੇ ਕਿੱਥੇ ਚਲੇ ਜਾਣਗੇ, ਜਾਪਾਨ ਚਲੇ ਗਏ। ਹੁਣ ਇਹ ਜਾਪਾਨ ਪਹੁੰਚੇ ਹੋਏ ਨੇ ਰਾਸ਼ ਬਿਹਾਰੀ ਬੋਸ, ਤਾਂ ਕਿਤੇ ਨਾ ਕਿਤੇ ਹੈਲਪ ਕਰਨਗੇ ਇੰਡੀਅਨਸ ਦੀ ਕੀ ਬਣਾਉਣ ਦੇ ਵਿੱਚ, ਇੰਡੀਅਨ ਨੈਸ਼ਨਲ ਆਰਮੀ ਬਣਾਉਣ ਦੇ ਵਿੱਚ। ਕਲੀਅਰ? ਚਲੋ ਜੀ, ਜੇ ਅੱਗੇ ਗੱਲ ਕਰਦੇ ਇੰਡੀਅਨ ਨੈਸ਼ਨਲ ਆਰਮੀ ਦੀ ਤਾਂ ਇੰਡੀਅਨ ਨੈਸ਼ਨਲ ਆਰਮੀ ਦੇ ਅੱਗੇ ਜਾ ਕੇ ਆਪਾਂ ਦੇਖਾਂਗੇ ਕਿ 1939 ਤੋਂ ਬਾਅਦ 42 ਦੇ ਆਸ-ਪਾਸ ਜਾ ਕੇ ਆਪਾਂ ਗੱਲ ਕਰਦੇ ਹਾਂ ਤਾਂ ਸੁਭਾਸ਼ ਚੰਦਰ ਬੋਸ ਕੀ ਕਰਨਗੇ, ਇਸ ਦੀ ਆਪਾਂ ਕਹਿ ਸਕਦੇ ਹਾਂ ਅਗਵਾਈ ਕਰਨਗੇ। ਹੁਣ ਜਦੋਂ ਸੁਭਾਸ਼ ਚੰਦਰ ਬੋਸ ਇਸ ਦੀ ਅਗਵਾਈ ਕਰਨਗੇ ਤਾਂ ਬਣਾਉਣਗੇ ਕਿ ਸਭ ਤੋਂ ਪਹਿਲਾਂ ਤਾਂ ਇਹ ਬਣਾਉਣਗੇ ਸਿੰਗਾਪੁਰ ਦੇ ਵਿੱਚ ਪ੍ਰੋਵਿੰਸ਼ੀਅਲ ਗਵਰਨਮੈਂਟ ਆਫ ਫ੍ਰੀ ਇੰਡੀਆ, ਇੱਕ ਅਲੱਗ ਤੋਂ ਗਵਰਨਮੈਂਟ ਬਣਾਈ ਜਾਏਗੀ ਕਿ ਇਹ ਫ੍ਰੀ ਇੰਡੀਆ ਦੀ ਗਵਰਨਮੈਂਟ ਹੈ ਜੀ। ਹੁਣ ਇਹ ਇੱਕ ਇੰਡੀਅਨ ਨੈਸ਼ਨਲ ਆਰਮੀ ਜਿਹੜੀ ਬਣਾ ਦਿੱਤੀ ਗਈ ਹੈ, ਇਹਨੇ ਕਰਨਾ ਕੀ ਹੈ, ਇਹਨੇ ਅੰਗਰੇਜ਼ਾਂ ਦੇ ਜਾਪਾਨ ਦੇ ਨਾਲ ਮਿਲ ਕੇ ਅੰਗਰੇਜ਼ਾਂ ਨੂੰ ਹਰਾਣਾ ਤੇ ਇੰਡੀਆ ਨੂੰ ਫ੍ਰੀ ਕਰਨਾ ਹੈ। ਹੁਣ ਇੱਥੇ ਜੇ ਆਪਾਂ ਗੱਲ ਕਰੀਏ 1939 ਦੇ ਵਿੱਚ ਕਾਂਗਰਸ ਦੇ ਵਿੱਚ ਆਪਾਂ ਦੇਖਿਆ ਸੀ ਸੁਭਾਸ਼ ਚੰਦਰ ਬੋਸ ਤੇ ਗੱਲ ਕਰੀਏ ਮਹਾਤਮਾ ਗਾਂਧੀ ਦੇ ਵਿੱਚ ਡਿਫਰੈਂਸ ਦੇਖਣ ਨੂੰ ਮਿਲੇ ਸੀ। ਸੁਭਾਸ਼ ਚੰਦਰ ਬੋਸ ਜਿੱਤ ਗਏ ਸੀ ਤੇ ਗਾਂਧੀ ਜੀ ਹਾਰ ਗਏ ਸੀ, ਉਹਨਾਂ ਦੇ ਆਪਾਂ ਕਹਿ ਸਕਦੇ ਕੈਂਡੀਡੇਟ ਹਾਰ ਗਏ ਸੀ, ਉੱਥੋਂ ਹੀ ਸੁਭਾਸ਼ ਚੰਦਰ ਬੋਸ ਅਲੱਗ ਹੋ ਗਏ ਸੀ। ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਦੋਨਾਂ ਦੇ ਵਿੱਚ ਗੱਲ ਸੀਗੀ ਕਿ ਆਪਾਂ ਕਹਿੰਦੇ ਲੜਾਈ ਹੋ ਗਈ, ਲੜਾਈ ਨਹੀਂ ਸੀ ਹੋਈ। ਅਜੇ ਵੀ ਇੱਕ ਦੂਜੇ ਵਾਸਤੇ ਮਿਊਚੁਅਲ ਰਿਸਪੈਕਟ ਬਹੁਤ ਜ਼ਿਆਦਾ ਹੈ। ਜੇ ਗਾਂਧੀ ਜੀ ਨੂੰ ਬਾਪੂ ਦਾ ਟਾਈਟਲ ਜੇ ਗੱਲ ਕਰਾਂਗੇ ਤਾਂ ਉਹ ਵੀ ਕਿਹਨਾਂ ਨੇ ਦੇਣਾ ਹੈ, ਆਪਾਂ ਗੱਲ ਕਰਾਂਗੇ ਫਾਦਰ ਆਫ ਨੇਸ਼ਨ ਦੀ। ਜੇ ਗੱਲ ਕਰੀਏ ਫਾਦਰ ਆਫ ਨੇਸ਼ਨ ਕਿਹਨਾਂ ਨੇ ਟਾਈਟਲ ਦਿੱਤਾ ਸੀ, ਸੁਭਾਸ਼ ਚੰਦਰ ਬੋਸ ਨੇ ਦਿੱਤਾ ਸੀ ਟਾਈਟਲ ਫਾਦਰ ਆਫ ਨੇਸ਼ਨ ਦਾ। ਚਲੋ ਅੱਗੇ ਗੱਲ ਕਰਦੇ ਹਾਂ ਜੀ, ਇੱਥੇ ਆਪਾਂ ਦੇਖਾਂਗੇ ਸਿੰਗਾਪੁਰ ਦੇ ਵਿੱਚ ਜਿਹੜੀ ਆਪਣੀ ਇੰਡੀਅਨ ਨੈਸ਼ਨਲ ਆਰਮੀ ਹੈ ਤਾਂ ਇੱਥੇ ਜਿਹੜੇ ਸੁਭਾਸ਼ ਚੰਦਰ ਬੋਸ ਨੇ ਕੀ ਦੇਣਗੇ, ਟਾਈਟਲ ਦੇਣਗੇ, ਕਾਲ ਦੇਣਗੇ ਮਾਰਚ ਟੂ ਦਿੱਲੀ, ਜਾਂ ਫਿਰ ਜਿਹਨੂੰ ਆਪਾਂ ਕਹਿੰਦੇ ਦਿੱਲੀ ਚਲੋ। ਤੇ ਇੱਥੇ ਹੀ ਮੋਸਟ ਇੰਪੋਰਟੈਂਟ ਜਿਹੜਾ ਫੇਮਸ ਡਾਇਲੋਗ ਹੈ ਸੁਭਾਸ਼ ਚੰਦਰ ਬੋਸ ਦਾ, तुम मुझे खून दो मैं तुम्हें आजादी दूंगा, ਉਹ ਵੀ ਕੌਣ ਕਹਿਣਗੇ, ਸੁਭਾਸ਼ ਚੰਦਰ ਬੋਸ ਹੀ ਕਹਿਣਗੇ। ਅੱਗੇ ਗੱਲ ਕਰਦੇ ਹਾਂ ਆਪਾਂ ਜਿਹੜੀ ਇੰਡੀਅਨ ਨੈਸ਼ਨਲ ਆਰਮੀ ਹੈ ਇਹ ਹੁਣ ਕੀ ਕਰਨਗੇ, ਜੇ ਗੱਲ ਕਰੀਏ ਬ੍ਰਿਟਿਸ਼ਰਸ ਦੀ ਅਗੇਂਸਟ ਲੜਨਗੇ, ਜਾਪਾਨ ਦੀ ਹੈਲਪ ਕਰਨਗੇ। ਵਧੀਆ ਚੱਲ ਰਿਹਾ ਸੀ, ਬਹੁਤ ਵਧੀਆ ਚੱਲ ਰਿਹਾ ਸੀ। ਇਹਨਾਂ ਨੇ ਅੰਡਮਾਨ ਨਿਕੋਬਾਰ ਵਾਲੇ ਆਈਲੈਂਡ ਜਿਹੜੇ ਨੇ ਕੈਪਚਰ ਕਰ ਲਏ ਸੀ, ਆਪਣੇ ਨਾਰਥ ਈਸਟ ਦੀਆਂ ਸਟੇਟਸ ਨੇ ਉੱਥੇ ਤੱਕ ਆ ਚੁੱਕੇ ਸੀ ਜਾਪਾਨ ਦੇ ਨਾਲ। ਹੁਣ ਇਹ ਨਹੀਂ ਕਿ ਜਾਪਾਨ ਇਹਨਾਂ ਨੂੰ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਕਿ ਹਾਈਟੈਕ ਹਥਿਆਰ ਦੇਣਗੇ, ਸਿੰਪਲ ਹੀ ਹਥਿਆਰ ਦਿੱਤੇ ਗਏ ਸੀ ਜਾਪਾਨ ਦੀ ਆਰਮੀ ਵੱਲੋਂ, ਪਰ ਇਹਨਾਂ ਦੀ ਹੈਲਪ ਲਈ ਜਾ ਰਹੀ ਸੀ ਕਿਉਂਕਿ ਇੰਡੀਅਨਸ ਨੂੰ ਪਤਾ ਸੀ ਇਹ ਸਾਰੇ ਏਰੀਆ ਦਾ।
ਤਾਂ ਕਿੱਥੇ ਤੱਕ ਪਹੁੰਚ ਚੁੱਕੇ ਨੇ, ਕੋਹਿਮਾ ਤੱਕ ਪਹੁੰਚਣਗੇ। ਤਾਂ ਆਪਾਂ ਇੱਥੇ ਦੇਖਾਂਗੇ ਕਿ ਕੋਹਿਮਾ ਦੇ ਵਿੱਚ ਇੰਡੀਆ ਦਾ ਫਲੈਗ ਵੀ ਲੱਗੇਗਾ। ਤਾਂ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਐਡਵਾਂਸ ਹੋ ਰਹੇ ਸੀ ਆਪਣੇ ਇੰਡੀਅਨ ਨੈਸ਼ਨਲ ਆਰਮੀ ਤੇ ਜਾਪਾਨ ਨਾਲ। ਤੱਕ ਲੋਕਾਂ ਨੂੰ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਵੀ ਇੱਥੇ ਇੰਡੀਅਨ ਦੇ ਵਿੱਚ ਵੀ ਅੰਗਰੇਜ਼ਾਂ ਨੂੰ ਹਰਾ ਕੇ ਇਹ ਇੰਡੀਆ ਨੂੰ ਆਜ਼ਾਦ ਕਰ ਲੈਣਗੇ। ਪਰ ਹੋਏਗਾ ਕੀ, ਇੱਥੇ ਆਪਾਂ ਦੇਖਾਂਗੇ ਸੈਕਿੰਡ ਵਰਲਡ ਵਾਰ ਦੇ ਵਿੱਚ ਜਾਪਾਨ ਸਰੈਂਡਰ ਕਰ ਜਾਏਗਾ। ਕਿਉਂ ਜਾਪਾਨ ਸਰੈਂਡਰ ਕਰੇਗਾ? ਕਿਉਂਕਿ ਪਰਲ ਹਾਰਬਰ ਦੇ ਇਨਸੀਡੈਂਟਸ ਤੋਂ ਬਾਅਦ ਅਮਰੀਕਾ ਜਿਹੜਾ ਸੀਗਾ ਵਰਲਡ ਵਾਰ 2 ਦੇ ਵਿੱਚ ਆ ਗਿਆ ਸੀ ਤੇ ਜਾਪਾਨ ਨੂੰ ਹਟਾਉਣ ਲਈ, ਆਪਾਂ ਕਹਿ ਸਕਦੇ ਜਾਪਾਨ ਨੂੰ ਰੋਕਣ ਲਈ ਜਾਪਾਨ ਦੇ ਵਿੱਚ ਕੀ ਸੁੱਟੇ ਜਾਣਗੇ, 2 ਐਟੋਮਿਕ ਬੰਬ ਸੁੱਟੇ ਜਾਣਗੇ, 2 ਨਿਊਕਲੀਅਰ ਬੰਬ ਸੁੱਟੇ ਜਾਣਗੇ। ਕਿਹੜੀ ਜਗ੍ਹਾ 'ਚ? ਹੀਰੋਸ਼ੀਮਾ ਤੇ ਨਾਗਾਸਾਕੀ। ਉੱਥੇ ਜਾਪਾਨ ਸਰੈਂਡਰ ਕਰੇਗਾ। ਉਹਨਾਂ ਦੇ ਜਾਪਾਨ ਦੇ ਸਰੈਂਡਰ ਕਰਦੇ ਹੀ ਕਿਤੇ ਨਾ ਕਿਤੇ ਇੰਡੀਅਨ ਨੈਸ਼ਨਲ ਆਰਮੀ ਦੀ ਜੇ ਗੱਲ ਕਰਾਂਗੇ ਤਾਂ ਇਹਨਾਂ ਦੀ ਵੀ ਪਾਵਰ ਘਟ ਜਾਏਗੀ। ਹੁਣ ਜੇ ਗੱਲ ਕਰੀਏ ਇੰਡੀਅਨ ਨੈਸ਼ਨਲ ਆਰਮੀ ਦੇ ਵਿੱਚ ਸੀ ਕੌਣ ਲੋਕ? ਇੰਡੀਅਨ ਨੈਸ਼ਨਲ ਆਰਮੀ ਦੇ ਵਿੱਚ ਉਹੀ ਲੋਕ ਸੀ ਜਿਹੜੇ ਅੰਗਰੇਜ਼ਾਂ ਦੀ ਆਰਮੀ 'ਚ ਸੀਗੇ। ਜੇ ਉਹੀ ਲੋਕ ਇੰਡੀਆ ਦੀ ਆਰਮੀ ਦੇ ਇੰਡੀਅਨ ਨੈਸ਼ਨਲ ਆਰਮੀ ਸੀਗੇ ਜੋ ਅੰਗਰੇਜ਼ਾਂ ਦੀ ਆਰਮੀ 'ਚ ਸੀ, ਤਾਂ ਸਾਡੇ ਲਈ ਤਾਂ ਉਹ ਹੀਰੋ ਨੇ, ਇੰਡੀਅਨਸ ਲਈ ਤਾਂ ਉਹ ਹੀਰੋ ਨੇ, ਸਾਡੀ ਆਜ਼ਾਦੀ ਲਈ ਲੜ ਰਹੇ ਨੇ। ਪਰ ਜੇ ਗੱਲ ਕਰਾਂਗੇ ਬ੍ਰਿਟਿਸ਼ਰਸ ਦੀ, ਤਾਂ ਬ੍ਰਿਟਿਸ਼ਰਸ ਲਈ ਉਹ ਬਗਾਵਤੀ ਨੇ। ਬ੍ਰਿਟਿਸ਼ਰ ਦੇਖ ਰਹੇ ਕਿ ਇਹ ਸਾਡੇ ਹੀ ਅਫਸਰ ਹੋ ਕੇ ਦੂਜਿਆਂ ਦੀ ਪਾਰਟੀ ਵੱਲੋਂ ਲੜ ਰਹੇ ਨੇ, ਤਾਂ ਇਹਨਾਂ ਨੇ ਕੀ ਕੀਤਾ? ਗੱਦਾਰੀ ਕੀਤੀ ਹੈ। ਤਾਂ ਜਦੋਂ ਜਾਪਾਨ ਹਾਰ ਗਿਆ ਤਾਂ ਇੰਡੀਅਨ ਨੈਸ਼ਨਲ ਆਰਮੀ ਦੇ ਕਾਫੀ ਲੋਕਾਂ ਨੂੰ ਇੰਗਲੈਂਡ ਵਾਲੇ ਕੀ ਕਰਨਗੇ, ਬ੍ਰਿਟਿਸ਼ਰ ਜਿਹੜੇ ਨੇ ਕੈਪਚਰ ਕਰਨਗੇ। ਤਾਂ ਉਹਨਾਂ ਦੇ ਉੱਪਰ ਚੱਲਣਗੇ ਕੇਸ, ਜਿਸ ਕੇਸ ਨੂੰ ਆਪਾਂ ਕੀ ਕਹਿੰਦੇ, ਜਿਹਨੂੰ ਆਪਾਂ ਕਹਿੰਦੇ ਆ ਰੈੱਡ ਫੋਰਟ ਟ੍ਰਾਇਲਸ। ਇਹ ਆਪਾਂ ਕੱਲ ਦੀ ਕਲਾਸ 'ਚ ਪੜਾਂਗੇ ਜੀ, ਰੈੱਡ ਫੋਰਟ ਟ੍ਰਾਇਲਸ। ਕੁਝ ਨਾਮ ਹੋਣਗੇ ਉਹ ਵੀ ਆਪਾਂ ਪੜਾਂਗੇ, ਰੈੱਡ ਫੋਰਟ ਟ੍ਰਾਇਲਸ। ਪਰ ਇੱਥੇ ਆਪਾਂ ਦੇਖਾਂਗੇ ਕਿ ਹੁਣ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਆਜ਼ਾਦੀ ਦੇ ਬਹੁਤ ਨੇੜੇ ਆ ਚੁੱਕੇ ਹਾਂ। ਇੰਗਲੈਂਡ ਜਿਹੜਾ ਹੈ ਹੁਣ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਕਾਫੀ ਜ਼ਿਆਦਾ ਸੈਕਿੰਡ ਵਰਲਡ ਵਾਰ ਦੇ ਵਿੱਚ ਨੁਕਸਾਨ ਹੋ ਚੁੱਕਿਆ ਹੈ। ਉਹ ਹੋਰ ਇੰਡੀਆ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਜ਼ਿਆਦਾ ਦੇਰ ਰਹਿਣਾ ਹੁਣ ਉਹਨਾਂ ਨੂੰ ਪਸੰਦ ਹੀ ਨਹੀਂ ਹੋਏਗਾ। ਉਹ ਕਿਉਂ ਨਹੀਂ ਹੋਏਗਾ ਤੇ ਕਿੰਨੀ ਜਲਦੀ ਜੇ ਗੱਲ ਕਰੀਏ, ਹੁਣ 45 ਦੇ ਵਿੱਚ ਵਰਲਡ ਵਾਰ ਜਿਹੜਾ ਹੈ 1945 ਦੇ ਵਿੱਚ ਖਤਮ ਹੋ ਗਿਆ ਤੇ ਅਗਲੇ 2 ਸਾਲ ਦੇ ਵਿੱਚ ਹੀ ਸਾਰਾ ਆਪਣਾ ਖਤਮ ਕਰਕੇ ਬੋਰੀਆ ਬਿਸਤਰਾ ਲੈ ਕੇ ਇੰਗਲੈਂਡ ਵਾਪਸ ਚਲ ਜਾਣਗੇ ਅੰਗਰੇਜ਼। ਕਿਉਂ ਜਾਣਗੇ? ਇਹ ਸਾਰਾ ਆਪਾਂ ਡਿਸਕਸ ਕਰਾਂਗੇ ਕੱਲ ਦੀ ਕਲਾਸ ਤੇ ਹੋਪਫੁਲੀ ਕੱਲ ਦੀ ਕਲਾਸ ਦੇ ਵਿੱਚ ਆਪਾਂ ਆਜ਼ਾਦੀ ਵੀ ਲੈ ਲਾਂਗੇ। ਮਿਲਦੇ ਹਾਂ ਜੀ ਫਿਰ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ ਵੈਰੀ ਮਚ।